हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਪੋਲੀਟੀਕਲ ਸਾਇੰਸ ਦੇ ਜਿਹੜੇ ਕਿ ਆਪਾਂ ਸ਼ਾਰਟ ਕੁਐਸਚਨ ਆਨਸਰ ਕਰ ਰਹੇ ਹਾਂ। ਹਾਂਜੀ ਇਹ ਵਾਲੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਡਰ ਜਿਹੜੇ ਕਾਲਜਸ ਪੈਂਦੇ ਨੇ ਉਹਨਾਂ ਸਟੂਡੈਂਟਸ ਦੇ ਲਈ ਹੈ। ਪੋਲੀਟੀਕਲ ਸਾਇੰਸ ਦੇ ਆਪਾਂ ਸ਼ਾਰਟ ਕੁਐਸਚਨ ਆਨਸਰ ਇਹ ਹੈਗੇ ਵੀਡੀਓ ਸੈਕਿੰਡ ਪਾਰਟ। ਫਸਟ ਵੀਡੀਓ ਦੇ ਵਿੱਚ ਆਪਾਂ 1 ਤੋਂ ਲੈ ਕੇ 5th ਚੈਪਟਰ ਤੱਕ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਤੁਹਾਨੂੰ ਮੈਂ ਸਮਝਾ ਕੇ ਜਿਹੜੇ ਕਿ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਮੈਂ ਸਾਰੇ ਕੁਐਸਚਨ ਸਮਝਾਏ ਨੇ। ਤੁਸੀਂ ਪਾਰਟ 1 ਵੀਡੀਓ ਜਿਹਦੇ ਵਿੱਚ 1 ਤੋਂ ਲੈ ਕੇ 5th ਤੱਕ ਕੁਐਸਚਨ ਨੇ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰੂੰਗੀ ਵੀਡੀਓ, ਤੁਸੀਂ ਉੱਥੋਂ ਜਾ ਕੇ ਆਪਣੀ ਵੀਡੀਓਜ਼ ਦੇਖ ਸਕਦੇ ਹੋ ਵਾਲੀ। ਅਤੇ ਹੁਣ ਆਪਾਂ ਇਸ ਦੇ ਵਿੱਚ ਕਰ ਰਹੇ ਹਾਂ ਅੱਗੇ 6th ਤੋਂ ਲੈ ਕੇ ਨੈਕਸਟ ਜਿਹੜੇ ਵੀ ਚੈਪਟਰ ਨੇ। ਅਤੇ ਸਟੂਡੈਂਟਸ ਜਿਸ ਦਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਅਪਲੋਡ ਕੀਤਾ ਹੋਇਆ ਉਹ ਵੀ ਮੈਂ ਪਿੰਨ ਕਰ ਦੂੰਗੀ। ਹਾਂਜੀ ਇਸ ਦੇ ਵਿੱਚ ਹੈਗਾ। ਅਤੇ ਸਟੂਡੈਂਟਸ ਇਸ ਤੋਂ ਇਲਾਵਾ ਆਪਾਂ ਨੇ ਇੰਪੋਰਟੈਂਟ ਕੁਐਸਚਨ ਕਿਹੜੇ ਚੈਪਟਰ 'ਚੋਂ ਤੁਸੀਂ ਕੁਐਸਚਨ ਛੱਡਣਾ, ਕਿਹੜੇ 'ਚੋਂ ਨਹੀਂ ਛੱਡਣਾ, ਕਿਹੜੇ 'ਚੋਂ ਸ਼ਾਰਟ ਕਰਨੇ, ਕਿਹੜੇ 'ਚ ਨਹੀਂ ਕਰਨੇ, ਉਹ ਸਾਰੇ ਹੀ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਪਲੇਲਿਸਟ ਬਣਾਈ ਹੋਈ ਉਹਦੇ ਵਿੱਚ ਤੁਸੀਂ ਜਾ ਕੇ ਵਿਜ਼ਿਟ ਕਰਕੇ ਦੇਖੋ। ਪੋਲੀਟੀਕਲ ਸਾਇੰਸ ਦਾ ਪਾਸਿੰਗ ਫਾਰਮੂਲਾ ਅਤੇ ਪੋਲੀਟੀਕਲ ਸਾਇੰਸ ਦੇ ਜਿਹੜੇ ਕਿ ਇੰਪੋਰਟੈਂਟ ਕੁਐਸਚਨਸ ਲੌਂਗ। ਹਾਂਜੀ ਫਸਟ ਜਿਵੇਂ ਕੁਐਸਚਨ ਹੈਗਾ ਆਪਣਾ, ਰਾਜ ਬਣਾਇਆ ਨਹੀਂ ਗਿਆ ਸਗੋਂ ਇਸ ਦਾ ਵਿਕਾਸ ਹੋਇਆ ਹੈ, ਸਪਸ਼ਟ ਕਰੋ। ਆਪਾਂ ਨੇ ਇਹ ਦੱਸਣਾ ਕਿ ਰਾਜ ਬਣਾਇਆ ਨਹੀਂ ਗਿਆ ਸਗੋਂ ਇਹਦਾ ਵਿਕਾਸ ਹੋਇਆ, ਇਹਦੀ ਡਿਵੈਲਪਮੈਂਟ ਹੋਈ ਹੈ। ਠੀਕ ਹੈ, ਕਿਵੇਂ? ਜਾਂ ਰਾਜ ਦੀ ਉਤਪਤੀ ਦੇ ਇਤਿਹਾਸਿਕ ਸਿਧਾਂਤ ਦਾ ਕੀ ਭਾਵ ਹੈ? ਹਾਂਜੀ ਰਾਜ ਦੀ ਉਤਪਤੀ ਸੰਬੰਧੀ ਇਤਿਹਾਸਿਕ ਸਿਧਾਂਤ ਦਾ ਵੇਰਵਾ ਦੇਣਾ ਆਪਾਂ ਨੇ। ਤਾਂ ਜਿਹੜਾ ਵਿਕਾਸਵਾਦੀ ਸਿਧਾਂਤ ਆ ਉਹ ਕੀ ਕਹਿੰਦਾ ਕਿ ਰਾਜ ਦਾ ਵਿਕਾਸ ਹੋਇਆ, ਨਿਰਮਾਣ ਨਹੀਂ। ਵਿਕਾਸਵਾਦੀ ਸਿਧਾਂਤ ਕੀ ਕਹਿੰਦਾ? ਵਿਕਾਸ ਤੋਂ ਹੀ ਪਤਾ ਲੱਗ ਰਿਹਾ ਕਿ ਵਿਕਾਸ ਹੋਇਆ, ਨਿਰਮਾਣ ਨਹੀਂ। ਅਤੇ ਰਾਜ ਨੂੰ ਮਸ਼ੀਨਾਂ ਵਾਂਗ ਆਦਮੀ ਨੇ ਨਹੀਂ ਬਣਾਇਆ, ਰਾਜ ਕਿਸੇ ਸਮਝੌਤੇ ਦਾ ਸਿੱਟਾ ਨਹੀਂ। ਤਾਂ ਵਿਕਾਸਵਾਦੀ ਸਿਧਾਂਤ ਕੀ ਕਹਿੰਦਾ? ਜਿਹੜੇ ਕਿ ਇਹਦਾ ਰਾਜ ਦਾ ਵਿਕਾਸ ਹੋਇਆ, ਨਿਰਮਾਣ ਨਹੀਂ। ਰਾਜ ਨੂੰ ਮਸ਼ੀਨਾਂ ਵਾਂਗ ਨਾ ਤਾਂ ਕਿਸੇ ਆਦਮੀ ਨੇ ਬਣਾਇਆ ਅਤੇ ਨਾ ਹੀ ਕਿਸੇ ਸਮਝੌਤੇ ਦਾ ਸਿੱਟਾ। ਅਤੇ ਰਾਜ ਇੱਕ ਨਕਲੀ ਸੰਸਥਾ ਨਹੀਂ ਹੈਗੀ ਸਗੋਂ ਇੱਕ ਕੁਦਰਤੀ ਸੰਸਥਾ ਜਿਸ ਦਾ ਇਤਿਹਾਸਿਕ ਆਧਾਰ ਉੱਤੇ ਵਿਕਾਸ ਹੋਇਆ। ਭਾਵ ਕਿ ਇਹ ਹੌਲੀ ਹੌਲੀ ਕੋਈ ਚੀਜ਼ ਹੈ ਜਿਹੜੀ ਕਿ ਅੱਗੇ ਵਿਕਾਸ ਕਰਦੀ ਗਈ ਹੈ ਰਾਜ। ਠੀਕ ਹੈ, ਅਤੇ ਵਿਕਾਸਵਾਦੀ ਸਿਧਾਂਤ ਅਨੁਸਾਰ ਰਾਜ ਸਦਾ ਸਾਡੇ ਨਾਲ ਰਿਹਾ, ਭਾਵੇਂ ਰਾਜ ਦਾ ਰੂਪ ਕਿਹੋ ਜਿਹਾ ਕਿਉਂ ਨਾ ਹੋਵੇ। ਤਾਂ ਰਾਜ ਦੇ ਵਿਕਾਸਵਾਦੀ ਸਿਧਾਂਤ ਕੀ ਕਹਿੰਦਾ ਕਿ, ਜਾਂ ਆਪਾਂ ਕਹਿ ਸਕਦੇ ਇਤਿਹਾਸਿਕ ਸਿਧਾਂਤ ਕੀ ਕਹਿੰਦਾ ਕਿ ਰਾਜ ਦਾ ਵਿਕਾਸ ਹੋਇਆ, ਹੌਲੀ ਹੌਲੀ ਕੋਈ ਚੀਜ਼ ਜਿਵੇਂ ਵਿਕਸਿਤ ਹੁੰਦੀ ਹੈ ਉਵੇਂ ਵਿਕਸਿਤ ਹੋਇਆ ਰਾਜ। ਕੋਈ ਐ ਨਹੀਂ ਹੈਗਾ ਵੀ ਇੱਕੋ ਦਮ ਉਹਨੂੰ ਆਪਾਂ ਨੇ ਨਿਰਮਾਣ ਕਰ ਲਿਆ, ਜਾਂ ਇੱਕੋ ਦਮ ਉਹਨੂੰ ਮਸ਼ੀਨਾਂ ਨੇ ਬਣਾਤਾ, ਜਾਂ ਇੱਕੋ ਦਮ ਆਪਾਂ ਨੇ ਉਹਨੂੰ ਸਮਝੌਤਾ ਕਰ ਲਿਆ। ਠੀਕ ਹੈ, ਇਹ ਨਾ ਕੋਈ ਨਕਲੀ ਸੰਸਥਾ, ਇਹ ਕੁਦਰਤੀ ਸੰਸਥਾ ਜਿਹੜੀ ਹੌਲੀ ਹੌਲੀ ਅੱਗੇ ਵਿਕਾਸ ਕਰਦੀ ਗਈ ਆ। ਅਤੇ ਰਾਜ ਸਦਾ ਹੀ ਸਾਡੇ ਨਾਲ ਰਿਹਾ, ਚਾਹੇ ਉਹਦਾ ਕਿਹੋ ਜਿਹਾ ਰੂਪ ਕਿਉਂ ਨਾ ਹੋਵੇ। ਠੀਕ ਹੈ, ਨੈਕਸਟ ਹੈਗਾ ਕੁਐਸਚਨ। ਇਹ ਵੀ ਦੇਖੋ ਸਟੂਡੈਂਟਸ ਦੇ ਦੋਨੇ ਕੁਐਸਚਨ ਆਏ ਹੋਏ ਨੇ। ਨੈਕਸਟ ਵਾਲਾ ਕੁਐਸਚਨ ਆਇਆ ਹੋਇਆ ਨਹੀਂ ਹੈਗਾ। ਰਾਜ ਦੀ ਉਤਪਤੀ ਦੇ ਇਤਿਹਾਸਿਕ ਸਿਧਾਂਤ ਅਨੁਸਾਰ ਕਿਹੜੇ ਤੱਤਾਂ ਨੇ ਰਾਜ ਦੀ ਉਤਪਤੀ ਵਿੱਚ ਹਿੱਸਾ ਪਾਇਆ? ਇੱਕ ਜਸਟ ਤੁਸੀਂ ਰੀਡ ਕਰ ਲੈਣਾ, ਕਿਉਂਕਿ ਜਿਹੜੇ ਨਹੀਂ ਆਏ ਉਹਨਾਂ ਨੂੰ ਜਸਟ ਇੱਕ ਵਾਰ ਰੀਡ ਕਰਨਾ, ਬਟ ਜਿਹੜੇ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਉਹਨਾਂ ਨੂੰ ਪੱਕਾ ਲਰਨ ਕਰਨਾ ਤੁਸੀਂ। ਕੁਦਰਤੀ ਸਮਾਜਿਕ ਪ੍ਰੇਰਨਾ, ਖੂਨ ਦਾ ਰਿਸ਼ਤਾ, ਧਰਮ, ਠੀਕ ਹੈ, ਸ਼ਕਤੀ, ਆਰਥਿਕ ਸਰਗਰਮੀਆਂ, ਰਾਜਨੀਤਿਕ ਚੇਤਨਤਾ। ਨੈਕਸਟ ਹੈਗਾ ਲਹੂ ਸੰਬੰਧਾਂ ਦਾ ਰਾਜ ਦੀ ਉਤਪਤੀ ਵਿੱਚ ਕੀ ਯੋਗਦਾਨ ਹੈ? ਹਾਂਜੀ ਰਾਜ ਦੀ ਉਤਪਤੀ ਦੇ ਵਿੱਚ ਖੂਨ ਦੇ ਰਿਸ਼ਤੇ ਨੇ ਵੀ ਹਿੱਸਾ ਪਾਇਆ। ਇਹ ਰਿਸ਼ਤਾ ਜਿਹੜੇ ਕਿ ਆਦਮੀਆਂ ਨੂੰ, ਖੂਨ ਦਾ ਜਿਹੜਾ ਰਿਸ਼ਤਾ ਆਦਮੀਆਂ ਨੂੰ ਸੰਗਠਿਤ ਕਰਨ ਵਾਲਾ ਸਭ ਤੋਂ ਪੁਰਾਣਾ ਅਤੇ ਪੱਕਾ ਬੰਧਨ ਹੈ। ਭਾਵ ਕਿ ਖੂਨ ਦਾ ਰਿਸ਼ਤਾ ਜਿਹੜੇ ਕਿ ਆਦਮੀਆਂ ਨੂੰ ਇਕੱਠ ਕਰਨ ਵਾਲਾ, ਠੀਕ ਹੈ, ਇਕੱਠਿਤ ਕਰਨ ਵਾਲਾ। ਸੰਗਠਿਤ ਭਾਵ ਕੀ ਹੋ ਗਿਆ? ਇੱਕ ਜਗ੍ਹਾ 'ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਵੀ ਆਪਸ ਦੇ ਵਿੱਚ ਜੋੜਨ ਵਾਲਾ ਸਭ ਤੋਂ ਪੁਰਾਣਾ ਅਤੇ ਪੱਕਾ ਬੰਧਨ ਹੈ। ਅਤੇ ਇਸੇ ਰਿਸ਼ਤੇ ਕਰਕੇ ਹੀ ਪਰਿਵਾਰ, ਕੁੱਲ ਠੀਕ ਹੈ, ਕਬੀਲੇ ਅਤੇ ਜਾਤੀਆਂ ਦਾ ਜਨਮ ਹੋਇਆ। ਅਤੇ ਇਹ ਕਹਿਣਾ ਆਪਾਂ ਕਠਿਨ ਹੈ ਕਿ ਪਿਤਰੀ ਪਰਿਵਾਰ ਪਹਿਲਾਂ ਸੀ ਜਾਂ ਮਾਤਰੀ ਪਰਿਵਾਰ ਜਾਂ ਕਬੀਲੇ ਪਹਿਲਾਂ, ਠੀਕ ਹੈ, ਜਾਂ ਕੁੱਲ। ਸ਼ੁਰੂ ਵਿੱਚ ਭਾਵੇਂ ਮਾਤਰੀ ਪਰਿਵਾਰ ਸੀ ਜਾਂ ਪਿਤਰੀ ਪਰਿਵਾਰ, ਇਸ ਗੱਲ ਉੱਤੇ ਸਾਰੇ ਸਹਿਮਤ ਸੀ ਕਿ ਇਹਨਾਂ ਦਾ ਆਧਾਰ ਕੀ ਸੀ? ਖੂਨ ਦਾ ਰਿਸ਼ਤਾ ਸੀ। ਅਤੇ ਮੈਕਾਈਵਰ ਨੇ ਕੀ ਕਿਹਾ ਕਿ ਖੂਨ ਦਾ ਰਿਸ਼ਤਾ ਸਮਾਜ ਨੂੰ ਜਨਮ ਦਿੰਦਾ ਅਤੇ ਸਮਾਜ ਅੰਤ ਵਿੱਚ ਰਾਜ ਨੂੰ। ਅੱਗੇ ਤੁਸੀਂ ਇਹਨਾਂ ਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਵੀ ਰਾਜ ਦੀ ਉਤਪਤੀ ਵਿੱਚ ਆਰਥਿਕ ਸਰਗਰਮੀਆਂ ਦੀ ਕੀ ਭੂਮਿਕਾ, ਸ਼ਕਤੀ ਦੀ ਕੀ ਭੂਮਿਕਾ, ਠੀਕ ਹੈ, ਰਾਜਨੀਤਿਕ ਚੇਤਨਤਾ ਦੀ ਕੀ ਭੂਮਿਕਾ। ਕਿਉਂਕਿ ਜਿਹੜੇ ਪਹਿਲਾਂ ਪ੍ਰੀਵੀਅਸ ਈਅਰ 'ਚ ਐਗਜ਼ਾਮ 'ਚ ਨਹੀਂ ਵੀ ਆਏ ਹੋਏ ਉਹਨਾਂ ਨੂੰ ਜਿਵੇਂ ਜਸਟ ਤੁਸੀਂ ਇੱਕ ਵਾਰ ਜ਼ਰੂਰ ਰੀਡ ਕਰਨਾ ਕਿ ਬਾਈ ਚਾਂਸ ਕੁਐਸਚਨਸ ਆ ਜਾਣ, ਤੁਸੀਂ ਉਹਨਾਂ ਨੂੰ ਲਿਖ ਪਾਓ। ਹਾਂਜੀ ਅੱਗੇ ਹੈਗਾ 7th ਚੈਪਟਰ ਰਾਜ ਸੰਬੰਧੀ ਉਦਾਰਵਾਦੀ ਅਤੇ ਮਾਰਕਸਵਾਦੀ ਅਤੇ ਗਾਂਧੀਵਾਦੀ ਧਾਰਨਾ। ਫਸਟ ਕੁਐਸਚਨ ਹੈਗਾ 17ਵੀਂ 18ਵੀਂ ਸ਼ਤਾਬਦੀ ਵਿੱਚ ਉਦਾਰਵਾਦੀ ਦ੍ਰਿਸ਼ਟੀਕੋਣ ਦੇ ਸਮਰਥਕ ਕਿਹੜੇ ਸੀ ਅਤੇ ਇਹਨਾਂ ਦੇ ਰਾਜ ਬਾਰੇ ਕੀ ਵਿਚਾਰ ਸੀ? ਜਾਂ ਉਦਾਰਵਾਦ ਦੇ 4 ਸਮਰਥਕ ਕਿਹੜੇ ਸੀ?
ਤਾਂ ਸਮਰਥਕ ਸੀ ਐਡਮ ਸਮਿਥ, ਬੈਥਮ, JS ਮਿਲ, ਲੌਕ, ਹੌਬਸ, ਰੂਸੋ, ਗ੍ਰੀਨ, ਹੀਗਲ, ਲਾਸਕੀ ਤੇ ਮਕਾਈਵਰ। ਇਹ ਸੀ ਉਦਾਰਵਾਦੀ ਸਿਧਾਂਤ ਦੇ ਮੁੱਖ ਸਮਰਥਕ। ਤੇ ਉਦਾਰਵਾਦੀ ਦੇ ਅਨੁਸਾਰ ਠੀਕ ਹੈ, ਰਾਜ ਮਾਨਵ ਦੀ ਬਣਾਈ ਹੋਈ ਸੰਸਥਾ। ਉਦਾਰਵਾਦੀ ਕੀ ਕਹਿੰਦੇ ਸੀ ਕਿ ਰਾਜ ਨੂੰ ਕਿਹਨੇ ਬਣਾਇਆ? ਮਨੁੱਖ ਨੇ ਬਣਾਇਆ ਰਾਜ ਨੂੰ, ਵੀ ਮਾਨਵ ਦੀ ਬਣਾਈ ਹੋਈ ਹੈ, ਕਿ ਇਹ ਇੱਕ ਸੰਸਥਾ ਜਿਹੜੀ ਰਾਜ ਆ, ਇਹਨਾਂ ਨੂੰ, ਇਸ ਰਾਜ ਨੂੰ ਮਨੁੱਖਾਂ ਨੇ ਬਣਾਇਆ। ਤੇ ਉਦਾਰਵਾਦੀ ਰਾਜ ਨੂੰ ਲਾਜ਼ਮੀ ਸੰਸਥਾ ਮੰਨਦੇ ਸੀ। ਅੱਗੇ ਵੀ ਜਿਹੜਾ ਆਇਆ ਹੋਇਆ 21-22 ਦੇ ਵਿੱਚ ਰਾਜ ਸੰਬੰਧੀ ਉਦਾਰਵਾਦੀ ਦ੍ਰਿਸ਼ਟੀਕੋਣ ਦੇ ਵਿਸ਼ੇਸ਼ਤਾਵਾਂ ਜਾਂ ਰਾਜ ਦੇ ਸਰੂਪ ਸੰਬੰਧੀ ਉਦਾਰਵਾਦੀ ਦ੍ਰਿਸ਼ਟੀਕੋਣ ਕੀ ਕਹਿੰਦਾ? ਰਾਜ ਇੱਕ ਮਾਨਵ ਦੀ ਘੜੀ ਹੋਈ ਸੰਸਥਾ ਹੈ, ਭਾਵ ਕਿ ਰਾਜ ਨੂੰ ਮਾਨਵ ਨੇ ਬਣਾਇਆ। ਠੀਕ ਹੈ, ਮਾਨਵ ਦੁਆਰਾ ਬਣਾਈ ਗਈ ਆ। ਉਦਾਰਵਾਦੀ ਦੇ ਅਨੁਸਾਰ ਰਾਜ ਪ੍ਰਕਿਰਤਿਕ ਅਵਸਥਾ ਦੇ ਵਿੱਚ ਨਾ ਹੋ ਕੇ ਮਾਨਵ ਦੀ ਬਣਾਈ ਹੋਈ ਇੱਕ ਸੰਸਥਾ ਹੈ। ਠੀਕ ਹੈ, ਭਾਵ ਕਿ ਇਹਨੂੰ ਮਨੁੱਖ ਨੇ ਬਣਾਇਆ, ਨਾ ਕਿ ਪ੍ਰਕਿਰਤਿਕ ਤੌਰ 'ਤੇ ਵਿਕਸਿਤ ਹੋਈ ਆ। ਤੇ ਰਾਜ ਦੀ ਸਥਾਪਨਾ ਮਨੁੱਖ ਨੇ ਆਪਣੇ ਹਿੱਤਾਂ ਦੇ ਲਈ ਕੀਤੀ ਹੈ। ਹੌਬਸ, ਲੌਕ, ਰੂਸੋ ਦੇ ਵਿੱਚ ਅਨੁਸਾਰ ਰਾਜ ਇੱਕ ਸਮਾਜਿਕ ਸਮਝੌਤੇ ਦਾ ਸਿੱਟਾ ਹੈ। ਬਟ ਹੌਬਸ, ਲੌਕ, ਰੂਸੋ ਇਹ ਕੀ ਕਹਿੰਦੇ ਨੇ ਕਿ ਰਾਜ ਇੱਕ ਸਮਾਜਿਕ ਸਮਝੌਤੇ ਦਾ ਸਿੱਟਾ ਹੈ। ਤੇ ਰਾਜ ਇੱਕ ਲਾਜ਼ਮੀ ਸੰਸਥਾ। ਉਦਾਰਵਾਦੀ ਰਾਜ ਨੂੰ ਇੱਕ ਲਾਜ਼ਮੀ ਸੰਸਥਾ ਮੰਨਦੇ ਨੇ, ਕਿਉਂਕਿ ਇਹ ਮਨੁੱਖ ਦੀ ਸਮਾਜਿਕ ਪ੍ਰਵਿਰਤੀ ਦਾ ਸਿੱਟਾ ਹੈ। ਅੱਗੇ ਹੈਗਾ ਪਰੰਪਰਾਵਾਦੀ ਉਦਾਰਵਾਦੀ ਰਾਜ ਦੇ ਸਰੂਪ ਬਾਰੇ ਕਿਹੜੇ ਵਿਚਾਰ ਨੇ? ਪਰੰਪਰਾਵਾਦੀ ਉਦਾਰਵਾਦੀ ਰਾਜ ਨੂੰ ਬਾਕੀ ਸੰਸਥਾਵਾਂ ਦੀ ਤਰ੍ਹਾਂ ਮਨੁੱਖੀ ਸੰਸਥਾ ਮੰਨਦੇ ਨੇ। ਉਹ ਰਾਜ ਨੂੰ ਘੱਟ ਤੋਂ ਘੱਟ ਕੰਮ ਦੇਣ ਦੇ ਵਿੱਚ ਪਹਿਲ ਕਰਦੇ ਨੇ। ਵੀ ਪਰੰਪਰਾਵਾਦੀ ਉਦਾਰਵਾਦੀ ਕੀ ਕਹਿੰਦੇ ਨੇ ਕਿ ਰਾਜ ਨੂੰ ਘੱਟ ਤੋਂ ਘੱਟ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ, ਤੇ ਉਹ ਰਾਜ ਨੂੰ ਇੱਕ ਸਮਾਜਿਕ ਬੁਰਾਈ ਮੰਨਦੇ ਨੇ। ਦੇਖੋ ਰਾਜ ਨੂੰ ਇੱਕ ਬੁਰਾਈ ਕਿਉਂ ਮੰਨਿਆ ਜਾਂਦਾ ਹੈ? ਠੀਕ ਹੈ, ਪਰੰਪਰਾਵਾਦੀ ਉਦਾਰਵਾਦੀ, ਕਿਉਂਕਿ ਉਹ ਕੀ ਕਹਿੰਦੇ ਨੇ ਕਿ ਜ਼ਰੂਰੀ ਇਸ ਲਈ ਹੈ, ਬੇਸ਼ੱਕ ਰਾਜ ਨੂੰ ਜ਼ਰੂਰੀ ਮੰਨਦੇ ਨੇ, ਬਟ ਇੱਕ ਜ਼ਰੂਰੀ ਬੁਰਾਈ ਮੰਨਦੇ ਨੇ। ਤਾਂ ਜ਼ਰੂਰੀ ਇਸ ਲਈ ਮੰਨਦੇ ਨੇ ਕਿ ਮਨੁੱਖੀ ਸਮਾਜ ਵਿੱਚ ਜਿਹੜੇ ਹੋਣ ਵਾਲੇ ਝਗੜੇ ਨੇ ਉਹਨਾਂ ਦਾ ਨਿਪਟਾਰਾ ਕਰਦਾ ਰਾਜ, ਤੇ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਕਰਦਾ। ਤੇ ਬੁਰਾਈ ਇਸ ਲਈ ਹੈ ਕਿ ਰਾਜ ਦੇ ਜਿਹੜੇ ਕਾਨੂੰਨਾਂ ਨਾਲ ਵਿਅਕਤੀ ਦੀ ਜਿਹੜੀ ਸੁਤੰਤਰਤਾ ਉਹ ਖਤਮ ਹੋ ਜਾਂਦੀ ਹੈ। ਅਗਲਾ ਹੈਗਾ ਰਾਜ ਦੇ ਸਰੂਪ ਸੰਬੰਧੀ ਮਾਰਕਸਵਾਦੀ ਦ੍ਰਿਸ਼ਟੀਕੋਣ ਕੀ ਹੈ? ਹਾਂਜੀ, ਮਾਰਕਸਵਾਦੀ ਦ੍ਰਿਸ਼ਟੀਕੋਣ ਕੀ ਹੈ? ਰਾਜ ਦੀ ਉਤਪਤੀ, ਸਰੂਪ ਤੇ ਕਾਰਜ ਖੇਤਰ ਸੰਬੰਧੀ ਮਾਰਕਸਵਾਦੀ ਦ੍ਰਿਸ਼ਟੀਕੋਣ ਜਿਹੜੇ ਕਿ ਆਧੁਨਿਕ ਯੁੱਗ ਦੀ ਮਹੱਤਵਪੂਰਨ ਧਾਰਨਾ ਹੈ। ਤੇ ਰਾਜ ਦੇ ਸੰਬੰਧ ਵਿੱਚ ਮਾਰਕਸਵਾਦੀ ਦੀ ਜਿਹੜੀ ਧਾਰਨਾ ਦੀ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਨੇ। ਪਹਿਲਾ ਕੀ ਹੈ? ਰਾਜ ਵਰਗ ਸੰਘਰਸ਼ ਦੀ ਉਤਪਤੀ ਹੈ। ਮਾਰਕਸਵਾਦੀ ਧਾਰਨਾ ਦੇ ਅਨੁਸਾਰ ਕੀ ਹੈ? ਰਾਜ ਇੱਕ ਕੁਦਰਤੀ ਸੰਸਥਾ ਨਾ ਹੋ ਕੇ ਇੱਕ ਵਰਗ ਸੰਘਰਸ਼ ਦੀ ਧਾਰਨਾ। ਠੀਕ ਹੈ, ਤੇ ਰਾਜ ਸਦਾ ਸ਼ੋਸ਼ਕ ਪੱਖ ਦੀ ਹਿਮਾਇਤ ਕਰਦਾ। ਸ਼ੋਸ਼ਕ ਭਾਵ ਇੱਕ ਹੁੰਦਾ ਜਿਹੜੇ ਕਿ ਜਿਹੜਾ ਸਹਿਣ ਕਰਨ ਵਾਲਾ, ਜਿਸ 'ਤੇ ਆਪਾਂ ਕੋਈ ਜ਼ੁਲਮ ਕਰਦਾ। ਇੱਕ ਹੁੰਦਾ ਸ਼ੋਸ਼ਿਤ ਧਿਰ ਜਿਹੜੀ ਜ਼ੁਲਮ ਕਰਦੀ ਹੈ। ਠੀਕ ਹੈ, ਉਹ ਹੋ ਗਈ ਸ਼ੋਸ਼ਕ, ਭਾਵ ਕਿ ਰਾਜ ਹਮੇਸ਼ਾ ਉਹਨਾਂ ਦਾ ਪੱਖ ਪੂਰਦਾ। ਠੀਕ ਹੈ, ਪੂੰਜੀਪਤੀਆਂ ਦਾ। ਤੇ ਰਾਜ ਦਾ ਆਧਾਰ ਕੀ ਆ? ਸ਼ਕਤੀ ਹੈ। ਨੈਕਸਟ ਹੈ ਕਾਰਲ ਮਾਰਕਸ ਦੀਆਂ ਪ੍ਰਸਿੱਧ ਰਚਨਾਵਾਂ ਹੀ ਹੈਗੀਆਂ ਨੇ ਕਮਿਊਨਿਸਟ ਮੈਨੀਫੈਸਟੋ, ਦਾਸ ਕੈਪੀਟਲ। ਮਾਰਕਸਵਾਦ ਦਾ ਟੀਚਾ ਲਿਖਣਾ। ਮਾਰਕਸਵਾਦ ਕੀ ਚਾਹੁੰਦਾ ਸੀ? ਇੱਕ ਵਰਗਹੀਨ, ਠੀਕ ਹੈ, ਵੀ ਜਿਹਦੇ ਵਿੱਚ ਕੋਈ ਵੀ ਵਰਗ ਨਹੀਂ ਹੋਊਗਾ, ਨਾ ਕਿਰਤੀ ਹੋਣਗੇ, ਨਾ ਜਿਹੜੇ ਕਿ ਪੂੰਜੀਪਤੀ ਹੋਣਗੇ, ਭਾਵ ਕਿ ਇਹਨਾਂ ਦਾ ਕੁਛ ਵੀ ਵਰਗ ਜਿਹੜਾ ਨਹੀਂ ਹੋਊਗਾ, ਵਰਗਹੀਨ। ਠੀਕ ਹੈ, ਤੇ ਰਾਜਹੀਨ ਸਮਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ। ਵਰਗਹੀਨ ਸਮਾਜ ਦੀ ਸਥਾਪਨਾ ਕਦੋਂ ਹੋਊਗੀ? ਠੀਕ ਹੈ, ਜਦੋਂ ਪੂੰਜੀਪਤੀ ਖਤਮ ਹੋ ਜਾਣਗੇ, ਤਾਂ ਸਮਾਜ ਦੇ ਵਿੱਚੋਂ ਕੋਈ ਵਰਗ ਸੰਘਰਸ਼ ਨਹੀਂ ਹੋਊਗਾ, ਤਾਂ ਸਾਰੇ ਲੋਕ ਕਿਰਤੀ ਹੋਣਗੇ, ਤਾਂ ਇਸ ਤਰ੍ਹਾਂ ਵਰਗਹੀਨ ਸਮਾਜ ਦੀ ਸਥਾਪਨਾ ਹੋਊਗੀ। ਅੱਗੇ ਤੁਸੀਂ ਇਹਨਾਂ ਨੂੰ ਰੀਡ ਕਰ ਲੈਣਾ। ਠੀਕ ਹੈ, ਜਿਹੜੇ ਜਿਵੇਂ ਨੰਬਰ 8, 9, 10 ਵਾਲਾ, ਹੁਣ ਆਪਾਂ 11 ਵਾਲਾ ਕਰਦੇ ਹਾਂ। ਗਾਂਧੀ ਜੀ ਵਰਤਮਾਨ ਰਾਜ ਦੇ ਵਿਰੋਧੀ ਕਿਉਂ ਸਨ? ਤਾਂ ਗਾਂਧੀ ਜੀ ਰਾਜ ਨੂੰ ਇੱਕ ਕੁਦਰਤੀ ਸੰਸਥਾ ਨਹੀਂ ਮੰਨਦੇ ਸੀ। ਠੀਕ ਹੈ, ਗਾਂਧੀ ਜੀ ਅਨੁਸਾਰ ਰਾਜ ਆ ਜਿਹੜਾ ਕਿ ਵਰਤਮਾਨ ਰਾਜ ਆ ਜਿਹੜਾ, ਉਹ ਕਿਤੇ ਤੇ ਆਧਾਰਿਤ ਆ? ਹਿੰਸਾ ਤੇ ਆਧਾਰਿਤ ਆ। ਤੇ ਰਾਜ ਆਪਣੇ ਉਦੇਸ਼ਾਂ ਦੀ ਪੂਰਤੀ ਕਰਨ ਲਈ ਸ਼ਕਤੀ ਦੀ ਵਰਤੋਂ ਕਰਦਾ ਹੈ, ਤੇ ਇਸ ਕਾਰਨ ਵਿਅਕਤੀ ਦੀ ਸੁਤੰਤਰਤਾ ਖਤਮ ਹੋ ਜਾਂਦੀ ਹੈ। ਠੀਕ ਹੈ, ਰਾਜ ਭਾਵ ਕਿ ਪਰੰਪਰਾਵਾਦੀ ਉਦਾਰਵਾਦੀਆਂ ਦੀ ਤਰ੍ਹਾਂ ਧਾਰਨਾ ਸੀ ਗਾਂਧੀ ਜੀ ਦੀ। ਉਹ ਕਹਿੰਦੇ ਸੀ ਕਿ ਕੁਦਰਤੀ ਸੰਸਥਾ ਨਹੀਂ ਹੈਗੀ, ਇਹ ਮਨੁੱਖ ਦੁਆਰਾ ਬਣਾਈ ਹੋਈ ਹੈ, ਭਾਵ ਕਿ ਵਰਤਮਾਨ ਰਾਜ ਤੇ ਹਿੰਸਾ ਤੇ ਆਧਾਰਿਤ ਹੈ, ਤੇ ਇਹ ਆਪਣੀ ਸ਼ਕਤੀ ਦੀ ਵਰਤੋਂ ਕਰਦਾ, ਜਿਹਨਾਂ ਨਾਲ ਵਿਅਕਤੀ ਦੀ ਸੁਤੰਤਰਤਾ ਖਤਮ ਹੋ ਜਾਂਦੀ ਹੈ। ਅੱਗੇ ਹੈਗਾ ਰਾਜ ਸੰਬੰਧੀ ਗਾਂਧੀਵਾਦ ਦ੍ਰਿਸ਼ਟੀਕੋਣ ਕੀ ਸੀ, ਜਾਂ ਰਾਜ ਬਾਰੇ ਕੀ ਵਿਚਾਰ ਸੀ? ਇਹ ਉਹੀ ਕੁਐਸਚਨ ਰਿਪੀਟ ਹੋ ਜਾਊਗਾ। ਗਾਂਧੀ ਜੀ ਰਾਜ ਦੇ ਵਰਤਮਾਨ ਸਰੂਪ ਦੇ ਵਿਰੁੱਧ ਸੀ, ਕਿਉਂਕਿ ਗਾਂਧੀ ਜੀ ਦੇ ਵਰਤਮਾਨ ਰੂਪ ਦੇ ਵਿੱਚ ਜਿਹੜੇ ਦੋਸ਼ ਸੀ ਉਹਨਾਂ ਨੂੰ ਦੂਰ ਕਰਕੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸੀ। ਠੀਕ ਹੈ, ਜਿਹਦੇ ਵਿੱਚ ਰਾਜ ਨੂੰ ਉਹ ਇੱਕ ਸਾਧਨ ਮੰਨਦੇ ਨੇ, ਨਾ ਕਿ ਇੱਕ ਟੀਚਾ। ਆਦਰਸ਼ਵਾਦੀ ਰਾਜ ਦੀਆਂ ਵਿਸ਼ੇਸ਼ਤਾਵਾਂ। ਰਾਜ ਇੱਕ ਸਾਧਨ, ਟੀਚਾ ਨਹੀਂ। ਗਾਂਧੀ ਜੀ ਜਿਹੜੇ ਰਾਜ ਨੂੰ ਇੱਕ ਸਾਧਨ ਅਤੇ ਵਿਅਕਤੀ ਨੂੰ ਟੀਚਾ ਮੰਨਦੇ ਸੀ। ਗਾਂਧੀ ਜੀ ਕਹਿੰਦੇ ਸੀ ਕਿ ਰਾਜ ਆਪਣੇ ਆਪ ਵਿੱਚ ਟੀਚਾ ਨਹੀਂ ਹੋ ਸਕਦਾ, ਸਗੋਂ ਲੋਕਾਂ ਨੂੰ ਆਪਣੇ ਜੀਵਨ ਦੇ ਹਰੇਕ ਖੇਤਰ ਦੇ ਵਿੱਚ
ਜਿਹੜੀਆਂ परिस्थितियां ने, ठीक है, सिचुएशनस ने, उन्होंने सुधारन का साधन है। तो राज ਦੇ ਸੀਮਤ ਕਾਰਜ, ਗਾਂਧੀ ਜੀ ਰਾਜ ਵਿੱਚ ਸ਼ਕਤੀਆਂ ਦਾ ਜਿਹੜਾ ਕਿ ਕੇਂਦਰੀਕਰਨ ਦੇ ਵਿਰੁੱਧ ਸੀ। ਭਾਵ ਕਿ ਕਹਿੰਦੇ ਸੀ ਕਿ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ, ਸ਼ਕਤੀ ਇੱਕ ਹੱਥਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ, ਸਗੋਂ ਅੱਗੇ ਅੱਗੇ ਡਿਵਾਈਡ ਹੋਣੀ ਚਾਹੀਦੀ ਹੈ। ਠੀਕ ਹੈ, ਕੇਂਦਰੀਕਰਨ ਹੁੰਦਾ ਇੱਕ ਹੱਥ ਦੇ ਵਿੱਚ ਹੋਣਾ, ਇੱਕ ਦੇ ਕੋਲ ਹੋਣਾ। ਤਾਂ ਗਾਂਧੀ ਜੀ ਇਸ ਚੀਜ਼ ਦੇ ਵਿਰੁੱਧ ਸੀ। ਉਹ ਕਹਿੰਦੇ ਸੀ ਕਿ ਇਹ ਕੇਂਦਰੀਕਰਨ ਤੋਂ ਹੋ ਕੇ ਵਿਕੇਂਦਰੀਕਰਨ ਹੋਣਾ ਚਾਹੀਦਾ, ਭਾਵ ਕਿ ਇੱਕ ਕੋਲ ਨਹੀਂ, ਅਲੱਗ-ਅਲੱਗ ਜਗ੍ਹਾ 'ਤੇ ਡਿਵਾਈਡ ਹੋਣੀ ਚਾਹੀਦੀ ਹੈ। ਅਤੇ ਉਹ ਰਾਜ ਦੇ ਕਾਰਜਾਂ ਨੂੰ ਸੀਮਿਤ ਰੱਖਣਾ ਚਾਹੁੰਦੇ ਸੀ। ਆਦਰਸ਼ ਸਮਾਜ ਖੇਤੀ ਪ੍ਰਧਾਨ ਹੋਊਗਾ। ਗਾਂਧੀ ਜੀ ਕੀ ਕਹਿੰਦੇ ਸੀ ਕਿ ਆਦਰਸ਼ ਸਮਾਜ ਜਿਹੜੇ ਕਿ ਖੇਤੀ ਪ੍ਰਧਾਨ ਹੋਊਗਾ, ਜਿਹਦੇ ਵਿੱਚ ਜਿਹੜੇ ਕਿ ਖੇਤੀ ਮੁੱਖ ਹੋਊਗੀ ਅਤੇ ਪੇਂਡੂ ਸੱਭਿਅਤਾ ਨੂੰ ਅਪਣਾਉਣਗੇ ਲੋਕ, ਸੰਪਤੀਹੀਨ ਹੋਊਗਾ ਸਮਾਜ, ਸਰੀਰਕ ਮਿਹਨਤ ਦੇ ਆਦਰਸ਼ਾਂ ਦੇ ਕਾਇਮ ਹੋਊਗਾ। ਅਤੇ ਗਾਂਧੀ ਜੀ ਅਜਿਹੇ ਔਜ਼ਾਰਾਂ ਅਤੇ ਮਸ਼ੀਨਾਂ ਦਾ ਸਵਾਗਤ ਕਰਦੇ ਸੀ ਜਿਹੜੇ ਬੇਕਾਰੀ ਵਧਾਏ ਬਿਨਾਂ ਲੱਖਾਂ ਪੇਂਡੂਆਂ ਦੇ ਬੋਝ ਨੂੰ ਹਲਕਾ ਕਰਦੇ ਨੇ। ਠੀਕ ਹੈ, ਮਤਲਬ ਕਿ ਉਹ ਮਸ਼ੀਨਾਂ ਅਤੇ ਔਜ਼ਾਰਾਂ ਦਾ ਸਵਾਗਤ ਕਰਦੇ ਸੀ ਜਿਹੜੇ ਬੇਰੁਜ਼ਗਾਰੀ ਪੈਦਾ ਨਹੀਂ ਕਰਦੇ। ਧਰਮ ਨਿਰਪੱਖ ਸਮਾਜ, ਗਾਂਧੀ ਜੀ ਅਨੁਸਾਰ ਜਿਹੜੇ ਕਿ ਹਰੇਕ ਵਿਅਕਤੀ ਨੇ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਦੀ ਸੁਤੰਤਰਤਾ ਹੋਵੇਗੀ ਅਤੇ ਧਰਮ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ। ਅੱਗੇ ਹੈਗਾ ਗਾਂਧੀ ਜੀ ਦਾ ਸੱਚ ਸੰਬੰਧੀ ਵਿਚਾਰ, ਇਹਨੂੰ ਰੀਡ ਕਰ ਲੈਣਾ। ਅਹਿੰਸਾ ਸੰਬੰਧੀ ਵਿਚਾਰ, ਠੀਕ ਹੈ। ਅਹਿੰਸਾ ਤੋਂ ਭਾਵ ਕੀ ਹੈ? ਸ੍ਰਿਸ਼ਟੀ ਦੇ ਸਾਰੇ ਪ੍ਰਾਣੀਆਂ ਨੂੰ ਮਨ, ਵਚਨ, ਕਰਮ ਤੋਂ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਾ ਪਹੁੰਚਾਈ ਜਾਵੇ। ਅਹਿੰਸਾ ਕੀ ਹੁੰਦੀ ਹੈ? ਵੀ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਹਾਨੀ ਨਹੀਂ ਪਹੁੰਚਾਉਣੀ, ਨਾ ਉਹਨੂੰ ਮਾਰ ਕੁੱਟ ਕੇ ਅਤੇ ਨਾ ਉਹਨੂੰ ਜਿਹੜੇ ਕਿ ਵਿਚਾਰਾਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਠੇਸ ਨਹੀਂ ਪਹੁੰਚਾਉਣੀ ਚਾਹੀਦੀ, ਉਹ ਹੁੰਦੀ ਆ ਅਹਿੰਸਾ। ਅਤੇ ਗਾਂਧੀ ਜੀ ਦੇ ਅਨੁਸਾਰ ਅਹਿੰਸਾ ਦਾ ਅਰਥ ਹੈ ਕਿਸੇ ਨੂੰ ਕ੍ਰੋਧ ਵਿੱਚ ਜਾਂ ਨਿੱਜੀ ਸਵਾਰਥ ਲਈ ਉਸ ਨੂੰ ਚੋਟ ਪਹੁੰਚਾਉਣ ਦੇ ਇਰਾਦੇ ਨਾਲ ਦੁੱਖ ਨਾ ਦਿੱਤਾ ਜਾਏ ਅਤੇ ਨਾ ਹੀ ਉਹਦੀ ਹੱਤਿਆ ਕੀਤੀ ਜਾਏ। ਰਾਜ ਸੰਬੰਧੀ ਉਦਾਰਵਾਦੀ ਅਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਵਿਚਕਾਰ ਅੰਤਰ। ਅਤੇ ਰਾਜ ਦੀ ਉਤਪੱਤੀ ਸੰਬੰਧੀ ਆਪਾਂ ਕਹਿ ਸਕਦੇ ਹਾਂ, ਉਤਪੱਤੀ ਸੰਬੰਧੀ ਰਾਜ ਵਿਕਾਸ ਦਾ ਸਿੱਟਾ ਹੈ। ਠੀਕ ਹੈ, ਉਦਾਰਵਾਦੀ ਕੀ ਕਹਿੰਦੇ ਸੀ ਕਿ ਰਾਜ ਤਾਂ ਹੌਲੀ ਹੌਲੀ ਵਿਕਸਿਤ ਹੋ ਕੇ ਆਇਆ, ਜਦਕਿ ਮਾਰਕਸਵਾਦੀ ਕੀ ਕਹਿੰਦੇ ਸੀ ਇਹ ਵਰਗ ਸੰਘਰਸ਼ ਨਾਲ ਪੈਦਾ ਹੋਇਆ। ਮਾਰਕਸਵਾਦੀ ਕਹਿੰਦਾ ਕਿ ਵਰਗ ਸੰਘਰਸ਼ ਨਾਲ ਪੈਦਾ ਹੋਇਆ ਅਤੇ ਉਦਾਰਵਾਦੀ ਕਹਿੰਦੇ ਨੇ ਵਿਕਾਸ ਦਾ ਸਿੱਟਾ ਹੈ। ਅਤੇ ਰਾਜ ਦਾ ਉਦੇਸ਼, ਉਦਾਰਵਾਦੀ ਰਾਜ ਨੂੰ ਜਿਹੜੇ ਕਿ ਲੋਕ ਕਲਿਆਣਕਾਰੀ ਯੰਤਰ ਦੇ ਰੂਪ ਵਿੱਚ ਮੰਨਦੇ ਸੀ। ਉਦਾਰਵਾਦੀ ਰਾਜ ਨੂੰ ਲੋਕ ਕਲਿਆਣਕਾਰੀ ਯੰਤਰ ਮੰਨਦੇ ਸੀ ਅਤੇ ਉਦਾਰਵਾਦੀ ਅਨੁਸਾਰ ਲੋਕ ਕਲਿਆਣ ਰਾਜ ਦਾ ਉਦੇਸ਼ ਹੈ। ਠੀਕ ਹੈ, ਇਸ ਦੇ ਉਲਟ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਰਾਜ ਸ਼ਾਸਕ ਵਰਗ ਦੇ ਹਿੱਤਾਂ ਦਾ ਸੁਰੱਖਿਅਕ ਹੈ ਅਤੇ ਐਂਜਲਸ ਅਨੁਸਾਰ ਰਾਜ ਜਿਹੜਾ ਸ਼ੋਸ਼ਣ ਕਰਨ ਦਾ ਇੱਕ ਯੰਤਰ ਹੈ। ਨੈਕਸਟ ਹੈਗਾ ਰਾਜ ਸੰਬੰਧੀ ਗਾਂਧੀਵਾਦੀ ਦ੍ਰਿਸ਼ਟੀਕੋਣ ਕੀ ਹੈ? ਰਾਜ ਦੇ ਗਾਂਧੀ ਜੀ ਦੇ ਰਾਜ ਬਾਰੇ ਕੀ ਵਿਚਾਰ ਸੀ? ਤਾਂ ਗਾਂਧੀ ਜੀ ਦੇ ਅਨੁਸਾਰ ਜਿਹੜੇ ਕਿ ਆਧੁਨਿਕ ਰਾਜ ਸੰਗਠਿਤ ਹੈ ਅਤੇ ਹਿੰਸਾ ਦਾ ਪ੍ਰਤੀਨਿਧ ਹੈ। ਠੀਕ ਹੈ, ਇਸ ਲਈ ਗਾਂਧੀ ਜੀ ਰਾਜ ਦੀ ਸ਼ਕਤੀ ਦਾ ਅੰਤ ਕਰਨਾ ਚਾਹੁੰਦੇ ਸੀ, ਵੀ ਰਾਜ ਨੂੰ ਖਤਮ ਕਰਨਾ ਚਾਹੁੰਦੇ ਸੀ, ਬਟ ਉਸ ਦੀ ਵਿਵਸਥਾ ਦਾ ਫੌਰਨ ਅੰਤ ਕਰਨ ਦੇ ਪੱਖ ਦੇ ਵਿੱਚ ਵੀ ਨਹੀਂ ਸੀ। ਤਾਂ ਗਾਂਧੀ ਜੀ ਜਿਹੜੇ ਕਿ ਰਾਜ ਨੂੰ ਖਤਮ ਕਰਨਾ ਚਾਹੁੰਦੇ ਸੀ, ਬਟ ਉਹ ਇਹ ਵੀ ਨਹੀਂ ਚਾਹੁੰਦੇ ਸੀ ਕਿ ਉਹਨੂੰ ਇੱਕੋ ਦਮ ਖਤਮ ਕੀਤਾ ਜਾਵੇ ਫੌਰਨ। ਉਹਨਾਂ ਦਾ ਵਿਚਾਰ ਸੀ ਕਿ ਰਾਜਨੀਤਿਕ ਕਾਰਵਾਈ ਦੇ ਵਿੱਚ ਅਹਿੰਸਾ ਦੀ ਵੱਧਦੀ ਹੋਈ ਵਰਤੋਂ ਨਾਲ ਸ਼ੋਸ਼ਣ ਕਰਨ ਵਾਲੇ ਜਿਹੜਾ ਕਿ ਰਾਜ ਦਾ ਅੰਤ ਭਾਵ ਕਿ ਆਪਣੇ ਆਪ ਹੋ ਜਾਊਗਾ। ਅਤੇ ਗਾਂਧੀ ਜੀ ਅਨੁਸਾਰ ਆਦਰਸ਼ ਸਮਾਜ ਰਾਜਹੀਨ ਹੋਊਗਾ, ਵਰਗਹੀਨ ਹੋਊਗਾ, ਜਿਹਦੇ ਵਿੱਚ ਕੁਛ ਵੀ ਵਰਗ ਸੰਘਰਸ਼ ਨਹੀਂ ਹੋਊਗਾ। ਠੀਕ ਹੈ, ਵਰਗ ਨਹੀਂ ਬਣਨਗੇ ਅਤੇ ਅਜਿਹੇ ਸਮਾਜ ਦੇ ਵਿੱਚ ਹਰੇਕ ਵਿਅਕਤੀ ਆਪਣਾ ਖੁਦ ਸ਼ਾਸਕ ਹੋਊਗਾ। ਮਾਰਕਸਵਾਦੀ ਰਾਜ ਦੇ ਵਿਰੁੱਧ ਕਿਉਂ ਹਨ? ਅਤੇ ਰਾਜ ਸਦਾ ਜਿਹੜਾ ਸ਼ੋਸ਼ਕ ਪੱਖ ਦੀ ਹਮਾਇਤ ਕਰਦਾ, ਜਿਹੜਾ ਜ਼ੁਲਮ ਕਰਦਾ, ਭਾਵ ਕਿ ਸ਼ੋਸ਼ਕ, ਠੀਕ ਹੈ, ਸ਼ੋਸ਼ਣ ਕਰਨ ਵਾਲਾ, ਉਹਨਾਂ ਦੀ ਹਮਾਇਤ ਕਰਦਾ ਅਤੇ ਸਦਾ ਉਸ ਵਰਗ ਦਾ ਹਿਮਾਇਤੀ ਹੈ ਜਿਸ ਦੀ ਉਤਪਾਦਨ ਦੇ ਸਾਧਨਾਂ 'ਤੇ ਪ੍ਰਭੂ ਸੱਤਾ ਹੁੰਦੀ ਹੈ, ਭਾਵ ਕਿ ਪੂੰਜੀਪਤੀ ਦਾ ਆਪਾਂ ਕਹਿ ਸਕਦੇ ਹਾਂ। ਅਤੇ ਰਾਜ ਦੀ ਸ਼ਕਤੀ ਦੀ ਵਰਤੋਂ ਸ਼ੋਸ਼ਕ, ਠੀਕ ਹੈ, ਆਪਣੇ ਹਿੱਤਾਂ ਲਈ ਕਰਦਾ। ਅਤੇ ਰਾਜ ਦਾ ਆਧਾਰ ਸ਼ਕਤੀ ਹੈ, ਨਾ ਕਿ ਇੱਛਾ। ਠੀਕ ਹੈ, ਅਤੇ ਰਾਜ ਜਨਤਾ ਦੇ ਹਿੱਤਾਂ ਦਾ ਵਿਰੋਧੀ ਹੈ। ਅਤੇ ਪਰੰਪਰਾਵਾਦੀ ਮਾਰਕਸਵਾਦੀ ਰਾਜ ਦੇ ਸੰਪੰਨ ਵਿੱਚ ਵਿਸ਼ਵਾਸ ਕਰਦੇ ਸੀ। ਟਿੱਪਣੀਆਂ ਲਿਖਣੀਆਂ। ਪਰੰਪਰਾਵਾਦੀ ਮਾਰਕਸਵਾਦੀ ਅਨੁਸਾਰ ਰਾਜ ਸਥਾਈ ਨਹੀਂ ਹੈਗਾ। ਠੀਕ ਹੈ, ਜਦੋਂ ਪੂੰਜੀਪਤੀਆਂ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਊਗਾ ਤਾਂ ਰਾਜ ਸਮੁੱਚੇ ਸਮਾਜ ਦਾ ਅਸਲੀ ਪ੍ਰਤੀਨਿਧ ਬਣ ਜਾਊਗਾ। ਠੀਕ ਹੈ, ਅਤੇ ਉਦੋਂ ਰਾਜ ਗੈਰ ਜ਼ਰੂਰੀ ਹੋ ਜਾਊਗਾ, ਭਾਵ ਕਿ ਜਦੋਂ ਪੂੰਜੀਪਤੀ ਦਾ ਨਾਸ਼ ਹੋਊਗਾ ਤਾਂ ਉਸ ਸਮੇਂ ਜਿਹੜੇ ਕਿ ਰਾਜ ਗੈਰ ਜ਼ਰੂਰੀ ਹੋ ਜਾਊਗਾ, ਤਾਂ ਅੰਤ ਰਾਜ ਹੈ ਜਿਹੜੇ ਕਿ ਅਲੋਪ ਹੋ ਜਾਊਗਾ ਅਤੇ ਰਾਜ ਦੇ ਲੁਪਤ ਹੋਣ ਦਾ ਵਿਚਾਰ ਹੈ ਜਿਹੜੇ ਕਿ ਕਲਪਨਾਵਾਦੀ ਹੈ। ਅੱਗੇ ਹੈਗਾ ਆਧੁਨਿਕ ਅਤੇ ਸਮਕਾਲੀ ਉਦਾਰਵਾਦ ਦੇ ਵਿੱਚ ਤੁਸੀਂ ਕੀ ਜਾਣਦੇ ਹੋ? ਸਮਕਾਲੀ ਉਦਾਰਵਾਦ ਉਹਨਾਂ ਅਧਿਕਾਰਾਂ ਦਾ ਸਮਰਥਨ ਕਰਦਾ ਜਿਹੜੇ ਵਿਅਕਤੀ ਅਤੇ ਸਮਾਜਿਕ ਹਿੱਤਾਂ ਦੇ ਵਿੱਚ ਹੁੰਦੇ ਨੇ, ਵਿਅਕਤੀਗਤ ਅਤੇ ਸਮਾਜਿਕ ਹਿੱਤਾਂ ਦੇ ਵਿੱਚ ਹੁੰਦੇ ਨੇ।
ਤੇ ਸਮਕਾਲੀ ਉਦਾਰਵਾਦ ਨੇ ਖੁੱਲੇ ਮੁਕਾਬਲੇ ਦਾ ਵਿਰੋਧ ਕੀਤਾ। ਸਮਕਾਲੀ ਉਦਾਰਵਾਦ ਨੇ ਖੁੱਲੇ ਮੁਕਾਬਲੇ ਦਾ ਵਿਰੋਧ ਕੀਤਾ ਤੇ ਸਮਕਾਲੀ ਉਦਾਰਵਾਦ ਰਾਜ ਨੂੰ ਵਧੇਰੇ ਕੰਮ ਦੇਣ ਦੇ ਪੱਖ ਦੇ ਵਿੱਚ ਸੀ ਤਾਂ ਕਿ ਸਾਰੀ ਜਨਤਾ ਦਾ ਕਲਿਆਣ ਹੋ ਸਕੇ। ਤੇ ਸਮਕਾਲੀ ਉਦਾਰਵਾਦ ਸੁਤੰਤਰਤਾ ਦੇ ਕਾਨੂੰਨ ਦੇ ਵਿੱਚ ਵਿਰੋਧ ਨਹੀਂ ਕਰਦਾ, ਸਗੋਂ ਕਾਨੂੰਨ ਨੂੰ ਸੁਤੰਤਰਤਾ ਦਾ ਰਖਵਾਲਾ ਮੰਨਦਾ। ਤੇ ਸਮਕਾਲੀ ਉਦਾਰਵਾਦ ਨੇ ਸਕਾਰਾਤਮਕ ਸਮਰਥਨ ਦਾ ਸੁਤੰਤਰਤਾ ਦਾ ਸਮਰਥਨ ਕਰਦਾ। ਠੀਕ ਹੈ, ਭਾਵ ਕਿ ਆਧੁਨਿਕ ਤੇ ਸਮਕਾਲੀ ਇੱਕੋ ਉਦਾਰਵਾਦ ਹੋ ਗਿਆ। ਠੀਕ ਹੈ, ਅੱਗੇ ਚੈਪਟਰ ਨੰਬਰ 8 ਕਲਿਆਣਕਾਰੀ ਰਾਜ ਦਾ ਅਰਥ ਦੱਸਣਾ। ਹਾਂਜੀ, ਸਧਾਰਨ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਕਿ ਕਲਿਆਣਕਾਰੀ ਰਾਜ ਉਹ ਰਾਜ ਆ ਜੋ ਜਨਤਾ ਦੇ ਜੀਵਨ ਨੂੰ ਸੁਖੀ ਤੇ ਖੁਸ਼ਹਾਲ ਬਣਾਉਣ ਦੇ ਲਈ ਕੰਮ ਕਰਦਾ ਤੇ ਹਰੇਕ ਵਿਅਕਤੀ ਆਪਣੇ ਵਿਅਕਤੀਤਵ ਦਾ ਵਿਕਾਸ ਕਰ ਸਕੇ। ਅੱਗੇ ਇਹਨਾਂ ਨੇ ਪਰਿਭਾਸ਼ਾਵਾਂ ਦੇਣੀਆਂ ਨੇ, ਤੁਸੀਂ ਪਰਿਭਾਸ਼ਾ ਕਿਸੇ ਵੀ ਰਾਈਟਰ ਦੇ ਕਰ ਸਕਦੇ ਹੋ। ਤੇ ਉਦੇਸ਼ ਕੀ ਨੇ? ਆਰਥਿਕ ਸੁਰੱਖਿਆ। ਕਲਿਆਣਕਾਰੀ ਰਾਜ ਦਾ ਪਹਿਲਾ ਉਦੇਸ਼ ਕੀ? ਆਪਣੇ ਨਾਗਰਿਕਾਂ ਦੇ ਆਰਥਿਕ ਦਸ਼ਾ ਸੁਧਾਰਨਾ। ਠੀਕ ਹੈ, ਅਗਲਾ ਹੈਗਾ ਰਾਜਨੀਤਿਕ ਸੁਰੱਖਿਆ। ਕਲਿਆਣਕਾਰੀ ਰਾਜ ਦੇ ਵਿੱਚ ਨਾਗਰਿਕਾਂ ਨੂੰ ਸ਼ਾਸਨ ਦੇ ਵਿੱਚ ਭਾਗ ਲੈਣ ਦੇ ਬਰਾਬਰ ਮੌਕੇ ਜਿਹੜੇ ਕਿ ਦਿੱਤੇ ਜਾਂਦੇ ਨੇ ਤੇ ਕਾਨੂੰਨ ਦੇ ਸਾਹਮਣੇ ਸਾਰੇ ਮਨੁੱਖਾਂ ਨੂੰ ਬਰਾਬਰ ਮੰਨਿਆ ਜਾਂਦਾ ਤੇ ਉਹਨਾਂ ਨੂੰ ਰਾਜਨੀਤਿਕ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ। ਤੇ ਸਮਾਜਿਕ ਸੁਰੱਖਿਆ। ਕਲਿਆਣਕਾਰੀ ਰਾਜ ਦਾ ਉਦੇਸ਼ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਤੇ ਦੂਸਰਿਆਂ ਰਾਜਾਂ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਰੱਖਣਾ। ਅੱਗੇ ਕਲਿਆਣਕਾਰੀ ਰਾਜ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਨੇ। ਠੀਕ ਹੈ, ਤੁਸੀਂ ਇਹ ਰੀਡ ਕਰ ਲੈਣੀਆਂ ਨੇ। ਤੇ ਕੀ ਭਾਰਤੀ ਕਲਿਆਣਕਾਰੀ ਰਾਜ ਹੈ? ਇਹਨਾਂ ਨੂੰ ਵੀ ਬਾਕੀਆਂ ਨੂੰ ਵੀ ਰੀਡ ਕਰਨਾ। ਭਾਰਤੀ ਕਲਿਆਣਕਾਰੀ ਰਾਜ ਹੈ। ਕਲਿਆਣਕਾਰੀ ਰਾਜ ਲਈ ਜਿਹੜੀਆਂ ਗੱਲਾਂ ਜ਼ਰੂਰੀ ਹੁੰਦੀਆਂ, ਉਹ ਗੱਲਾਂ ਹੋਣੀਆਂ ਜ਼ਰੂਰੀ ਨੇ, ਉਹਨਾਂ ਦਾ ਜਿਹੜਾ ਵਰਣਨ ਸੰਵਿਧਾਨ ਦੇ ਚੌਥੇ ਭਾਗ ਦੇ ਤਹਿਤ ਜਿਹੜੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹਨਾਂ ਦੇ ਅਧੀਨ ਹੈ। ਠੀਕ ਹੈ, ਤੇ ਉਦਾਰਵਾਦ ਕੀ ਹੈ? ਹਾਂਜੀ, ਉਦਾਰਵਾਦ ਦਾ ਸਾਰ ਇਹ ਹੈ ਕਿ ਵਿਅਕਤੀ ਨੂੰ ਸੁਤੰਤਰਤਾ ਮਿਲੇ। ਉਦਾਰਵਾਦ ਦਾ ਕੀ ਅਰਥ ਹੈ? ਕਿ ਵਿਅਕਤੀ ਨੂੰ ਸੁਤੰਤਰਤਾ ਮਿਲੇ। ਤੇ ਉਹ ਲਿਬਰਲਿਜ਼ਮ, ਭਾਵ ਕਿ ਉਦਾਰਵਾਦ ਕਿਹੜੇ ਸ਼ਬਦ ਤੋਂ ਬਣਿਆ ਉਹ ਵੀ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ, ਲਿਬਰਲਿਜ਼ਮ। ਤੇ ਉਹਦਾ ਅਰਥ ਹੁੰਦਾ ਸੁਤੰਤਰ ਵਿਅਕਤੀ। ਲਿਬਰਲਿਜ਼ਮ ਲੈਟਿਨ ਭਾਸ਼ਾ ਦੇ ਲਿਬਰਸ ਸ਼ਬਦ ਤੋਂ ਬਣਿਆ ਸੀ। ਠੀਕ ਹੈ, ਲਿਬਰ ਜਿਸ ਦਾ ਅਰਥ ਸੀ ਸੁਤੰਤਰ ਵਿਅਕਤੀ, ਤੇ ਜਿਸ ਨਾਲ ਉਹ ਆਪਣੇ ਵਿਅਕਤੀਤਵ ਦਾ ਵਿਕਾਸ ਅਤੇ ਉਹਨੂੰ ਪ੍ਰਗਟ ਕਰ ਸਕੇ, ਇੰਡੀਵਿਜੂਅਲੀ ਭਾਵ ਕਿ ਵਿਕਾਸ ਕਰ ਸਕੇ। ਤੇ ਉਦਾਰਵਾਦ ਇੱਕ ਪਾਸੇ ਲੋਕਤੰਤਰੀ ਵਿਵਸਥਾ ਦਾ ਸਮਰਥਨ ਕਰਦਾ ਤੇ ਦੂਜੇ ਪਾਸੇ ਵਿਅਕਤੀ ਨੂੰ ਆਪਣਾ ਵਿਅਕਤੀਤਵ ਦੇ ਵਿਕਾਸ ਲਈ ਪੂਰੇ ਮੌਕੇ ਦੇਣਾ ਚਾਹੁੰਦਾ ਹੈ। ਤੇ ਉਦਾਰਵਾਦ ਵਿਅਕਤੀ ਨੂੰ ਹੀ ਸਾਰੀ ਮਨੁੱਖੀ ਵਿਵਸਥਾ ਦਾ ਕੇਂਦਰ ਮੰਨਦਾ। ਅੱਗੇ ਹੈਗਾ ਪਰੰਪਰਾਵਾਦੀ ਉਦਾਰਵਾਦੀਆਂ ਦੇ ਸਮਰਥਕ ਕਿਹੜੇ ਕਿਹੜੇ ਸੀ? ਐਡਮ ਸਮਿਥ, ਹਰਬਰਟ ਸਪੈਂਸਰ, ਬੈਂਥਮ। ਤੇ ਪਰੰਪਰਾਵਾਦੀ ਅਨੁਸਾਰ ਰਾਜ ਦੇ ਕੀ ਕੰਮ ਸੀ? ਜੀਵਨ ਤੇ ਸੰਪੱਤੀ ਦੀ ਰੱਖਿਆ ਕਰਨਾ ਤੇ ਕਾਨੂੰਨ ਵਿਵਸਥਾ ਬਣਾਉਣਾ। ਬੈਂਥਮ ਕੌਣ ਸੀ? ਹਾਂਜੀ, ਬੈਂਥਮ ਜਾਰਜੀ ਬੈਂਥਮ ਇੰਗਲੈਂਡ ਦਾ ਇੱਕ ਮਹਾਨ ਸੁਧਾਰਵਾਦੀ ਕਾਨੂੰਨ ਸ਼ਾਸਤਰੀ ਤੇ ਰਾਜਨੀਤਿਕ ਵਿਦਵਾਨ ਸੀ ਤੇ ਬੈਂਥਮ ਨੂੰ ਉਪਯੋਗਿਤਾਵਾਦ ਦਾ ਮੋਢੀ ਮੰਨਿਆ ਜਾਂਦਾ ਸੀ। ਐਡਮ ਸਮਿਥ 18ਵੀਂ ਸਦੀ ਦਾ ਇੰਗਲੈਂਡ ਦਾ ਇੱਕ ਅਰਥ ਸ਼ਾਸਤਰੀ ਸੀ ਐਡਮ ਸਮਿਥ। ਠੀਕ ਹੈ, ਤੇ ਉਸਨੇ ਆਰਥਿਕ ਆਧਾਰ ਤੇ ਰਾਜ ਦੇ ਕੰਮਾਂ ਨੂੰ ਸੀਮਿਤ ਕੀਤਾ ਤੇ ਵਿਅਕਤੀ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨੂੰ ਜਿਹੜਾ ਰਾਜ ਵਿਅਕਤੀ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਉਹਨੂੰ ਅਨੁਚਿਤ ਦੱਸਿਆ, ਭਾਵ ਕਿ ਉਹਨੂੰ ਸਹੀ ਨਹੀਂ ਦੱਸਿਆ ਕਿ ਰਾਜ ਵਿਅਕਤੀ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਤੇ ਇਹ ਚੀਜ਼ ਸਹੀ ਨਹੀਂ ਹੈਗੀ, ਅਨੁਚਿਤ ਹੈ। ਅਗਲਾ ਹੈਗਾ ਲੇਜ਼ੀ-ਫੇਅਰ। ਠੀਕ ਹੈ, ਦਾ ਕੀ ਅਰਥ ਆ? ਗੈਰ ਦਖਲਅੰਦਾਜ਼ੀ ਕੀ ਹੈ? ਗੈਰ ਦਖਲਅੰਦਾਜ਼ੀ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਲੈਜ਼ਿਜ਼। ਠੀਕ ਹੈ, ਗੈਰ ਦਖਲਅੰਦਾਜ਼ੀ ਇੰਗਲਿਸ਼ ਦਾ ਵਰਡ ਹੈ, ਲੈਜ਼ਿਜ਼-ਫੇਅਰ ਇਹ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ। ਇਹਦਾ ਅਰਥ ਕੀ ਹੈ? ਕਿ ਮਨੁੱਖ ਨੂੰ ਇਕੱਲਾ ਛੱਡ ਦਿੱਤਾ ਜਾਵੇ। ਮਨੁੱਖ ਨੂੰ ਇਕੱਲਾ ਛੱਡ ਦਿੱਤਾ ਜਾਵੇ ਤੇ ਰਾਜ ਉਹਦੇ ਕੰਮਾਂ ਦੇ ਵਿੱਚ ਘੱਟ ਤੋਂ ਘੱਟ ਕੰਟਰੋਲ ਕਰੇ। ਰਾਜ ਵਿਅਕਤੀ ਨੂੰ ਜਦੋਂ ਸੁਤੰਤਰ ਛੱਡਤਾ ਤਾਂ ਉਹਦੇ ਕੰਮਾਂ ਦੇ ਵਿੱਚ ਘੱਟ ਤੋਂ ਘੱਟ ਦਖਲਅੰਦਾਜ਼ੀ ਕਰੇ ਤੇ ਉਹਨੂੰ ਖੁੱਲ੍ਹਾ ਛੱਡ ਦਿਓ। ਜਾਂ ਗੈਰ ਦਖਲ ਦਾ ਸਿਧਾਂਤ ਪਰੰਪਰਾਵਾਦੀ ਉਦਾਰਵਾਦ ਦਾ ਇੱਕ ਮੁੱਖ ਸਿਧਾਂਤ ਹੈ। ਤੇ ਸਮਕਾਲੀ ਉਦਾਰਵਾਦ ਦੇ ਦੋ ਸਿਧਾਂਤਕਾਰ ਕਿਹੜੇ ਕਿਹੜੇ ਨੇ? JS ਮਿਲ, ਮੈਕਾਈਵਰ, TH ਗ੍ਰੀਨ, ਲਾਸਕੀ। ਇਹਨੇ ਸਮਕਾਲੀ ਉਦਾਰਵਾਦੀਆਂ ਦੇ ਸਿਧਾਂਤਕਾਰ ਮੰਨੇ ਜਾਂਦੇ ਨੇ। ਤੇ ਰਾਜ ਦੇ ਕੰਮਾਂ ਦਾ ਆਧੁਨਿਕ ਉਦਾਰਵਾਦੀ ਦ੍ਰਿਸ਼ਟੀਕੋਣ ਕੀ ਹੈ? ਕਿ ਰਾਜ ਦਾ ਕਾਰਜ ਖੇਤਰ ਸੰਬੰਧੀ ਦ੍ਰਿਸ਼ਟੀਕੋਣ ਸਕਾਰਾਤਮਕ ਉਦਾਰਵਾਦ ਜਾਂ ਆਧੁਨਿਕ ਉਦਾਰਵਾਦ ਜਾਂ ਕਲਿਆਣਕਾਰੀ ਰਾਜ ਦਾ ਇਹ ਵੀ ਸਿਧਾਂਤ ਕਿਹਾ ਜਾਂਦਾ। ਆਧੁਨਿਕ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜ ਪੁਲਿਸ ਰਾਜ ਨਾ ਹੋ ਕੇ ਕਲਿਆਣਕਾਰੀ ਰਾਜ ਜਾਂ ਰਾਜ ਸੇਵਾ। ਸਮਕਾਲੀ ਉਦਾਰਵਾਦ ਤੇ ਸ਼ਾਸਤਰੀ ਉਦਾਰਵਾਦ ਤੇ ਸਮਕਾਲੀ ਉਦਾਰਵਾਦ ਦੇ ਵਿੱਚ ਕੀ ਅੰਤਰ ਹੈ? ਸ਼ਾਸਤਰੀ ਉਦਾਰਵਾਦ ਦਾ ਆਰੰਭ ਵਿਅਕਤੀ ਤੋਂ ਹੁੰਦਾ, ਬਟ ਸਮਕਾਲੀ ਉਦਾਰਵਾਦ ਦਾ ਆਰੰਭ ਜਿਹੜੇ ਕਿ ਇੱਕ ਸਮੂਹ ਤੋਂ ਹੁੰਦਾ। ਤੇ ਸ਼ਾਸਤਰੀ ਉਦਾਰਵਾਦ ਸੁਤੰਤਰਤਾ ਦੇ ਨਕਾਰਾਤਮਕ ਰੂਪ ਤੇ ਜ਼ੋਰ ਦਿੰਦਾ।
ਜਦੋਂ ਸਮਕਾਲੀ ਉਦਾਰਵਾਦ ਸੁਤੰਤਰਤਾ ਦੇ ਸਕਾਰਾਤਮਕ ਰੂਪ 'ਤੇ ਜ਼ੋਰ ਦਿੰਦਾ। ਤੇ ਇਹ ਅੱਗੇ ਆਧੁਨਿਕ ਉਦਾਰਵਾਦੀਆਂ ਦੇ ਦ੍ਰਿਸ਼ਟੀਕੋਣ ਅਨੁਸਾਰ ਰਾਜ ਦੇ ਕੰਮ, ਜੀਵਨ ਤੇ ਸੰਪत्ति ਦੀ ਰੱਖਿਆ ਕਰਨਾ, ਕਾਨੂੰਨ ਤੇ ਵਿਵਸਥਾ ਦੀ ਸਥਾਪਨਾ ਕਰਨਾ, ਰਾਜ ਦੇ ਇੱਛਕ ਜਾਂ ਗੈਰ ਜ਼ਰੂਰੀ ਕੰਮਾਂ ਦਾ ਵਰਣਨ, ਹਾਂਜੀ ਸਿੱਖਿਆ ਦਾ ਪ੍ਰਸਾਰ ਕਰਨਾ, ਇਹ ਇੱਛਕ ਜਾਂ ਗੈਰ ਜ਼ਰੂਰੀ ਕੰਮਾਂ ਦਾ ਵਰਣਨ ਕਰਨਾ ਆਪਾਂ ਨੇ, ਸਿੱਖਿਆ ਦਾ ਪ੍ਰਸਾਰ ਕਰਨਾ, ਠੀਕ ਹੈ। ਸਿੱਖਿਆ ਦਾ ਪ੍ਰਸਾਰ ਕਰਨਾ, ਹਰੇਕ ਰਾਜ ਦੇ ਸਿੱਖਿਆ ਪ੍ਰਸਾਰ ਲਈ ਸਕੂਲ ਤੇ ਕਾਲਜ ਯੂਨੀਵਰਸਿਟੀ ਦੀ ਸਥਾਪਨਾ ਕਰਨਾ, ਸਿਹਤ ਤੇ ਸਫਾਈ ਦਾ ਜਿਹੜਾ ਕਿ ਧਿਆਨ ਰੱਖਣਾ ਨਾਗਰਿਕਾਂ ਦਾ, ਇਹਦੇ ਲਈ ਹਸਪੀਟਲ, ਸਿਹਤ ਕੇਂਦਰਾਂ ਦੀ ਸਥਾਪਨਾ ਕਰਨਾ। ਤੇ ਕੋਈ 4 ਕਲਿਆਣਕਾਰੀ ਰਾਜਾਂ ਦੇ ਨਾਂ ਲਿਖਣੇ ਨੇ। ਇਹਦੇ ਵਿੱਚ ਆ ਗਏ ਭਾਰਤ, ਇੰਗਲੈਂਡ, USA, ਜਾਪਾਨ। ਭਾਰਤ, ਇੰਗਲੈਂਡ, US, ਜਾਪਾਨ। ਰਾਜ ਦੇ ਕਾਰਜ ਖੇਤਰ ਦੇ 2 ਸੀਮਾਵਾਂ ਕਿਹੜੇ ਨੇ? ਵਿਅਕਤੀਗਤ, ਮਤ, ਧਰਮ, ਠੀਕ ਹੈ। ਤੇ ਰਾਜ ਦੇ ਕੰਮਾਂ ਬਾਰੇ ਗ੍ਰੀਨ ਦੇ ਕੀ ਵਿਚਾਰ ਨੇ? ਗ੍ਰੀਨ ਦਾ ਵਿਚਾਰ ਹੈਗਾ ਕਿ ਰਾਜਨੀਤਿਕ ਸੰਸਥਾਵਾਂ ਦੀ ਜਾਂਚ ਇਸ ਆਧਾਰ 'ਤੇ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਚਰਿੱਤਰ ਦੇ ਵਿਕਾਸ ਵਿੱਚ ਕਿੰਨਾ ਸਹਿਯੋਗ ਦੇ ਰਹੇ ਨੇ, ਤੇ ਕਾਨੂੰਨ ਤੇ ਰਾਜ ਦਾ ਕੰਮ ਮਨੁੱਖ ਨੂੰ ਉਸਦੇ ਪੂਰਵ ਨੈਤਿਕ ਵਿਕਾਸ ਜਾਂ ਆਤਮਾ ਦਾ ਯਥਾਰਥਕ ਸਰੂਪ ਪ੍ਰਾਪਤ ਕਰਨ ਵਿੱਚ ਸਹਾਇਤਾ ਪਹੁੰਚਾਉਣਾ। ਤੇ ਰਾਜ ਦਾ ਫਰਜ਼ ਵਿਅਕਤੀ ਨੂੰ ਨੈਤਿਕ ਬਣਾਉਣਾ ਨਹੀਂ, ਬਲਕਿ ਨੈਤਿਕਤਾ ਦੇ ਵਿਕਾਸ ਲਈ ਜਿਹੜੀਆਂ ਜ਼ਰੂਰੀ ਪਰਿਸਥਿਤੀਆਂ ਨੇ ਉਹਨਾਂ ਦਾ ਨਿਰਮਾਣ ਕਰਨਾ, ਜਿਸ ਵਿੱਚ ਨੈਤਿਕਤਾ ਸੰਭਵ ਹੋ ਸਕੇ। ਤੇ ਅੱਗੇ ਹੈਗਾ ਸਮਾਜਵਾਦੀਆਂ ਅਨੁਸਾਰ ਪੂੰਜੀਵਾਦੀ ਰਾਜ ਦੇ 2 ਕੰਮ, ਜਾਂ ਮਾਰਕਸਵਾਦੀ ਅਨੁਸਾਰ ਪੂੰਜੀਵਾਦੀ ਰਾਜ ਦੇ ਕਾਰਜਾਂ ਦਾ ਵਰਣਨ ਕਰਨਾ, ਕਾਨੂੰਨ ਤੇ ਵਿਵਸਥਾ ਦੀ ਸਥਾਪਨਾ ਕਰਨਾ। ਸਮਾਜਵਾਦੀਆਂ ਦੇ ਅਨੁਸਾਰ ਪੂੰਜੀਵਾਦੀ ਰਾਜ ਕਾਨੂੰਨ ਦਾ ਨਿਰਮਾਣ ਕਰਦੇ ਨੇ ਤੇ ਲਾਗੂ ਕਰਦੇ ਸਮੇਂ ਪੂੰਜੀਪਤੀ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਾ, ਵਰਗੀ ਏਕਤਾ ਵਿੱਚ ਸਦਾ ਰੁਕਾਵਟ ਪੈਦਾ ਕਰਦਾ, ਠੀਕ ਹੈ। ਸਮਾਜਵਾਦੀ ਅਨੁਸਾਰ ਜਿਹੜਾ ਪੂੰਜੀਪਤੀ ਰਾਜ ਆ ਉਹਦੇ ਕੰਮ ਦੱਸਣੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਸਮਾਜਵਾਦੀ ਭਾਵ ਕਿ ਮਾਰਕਸਵਾਦੀ, ਮਾਰਕਸਵਾਦੀ, ਠੀਕ ਹੈ। ਮਾਰਕਸਵਾਦੀ ਧਾਰਨਾ ਜਿਹੜੀ ਕਿ ਸਮਾਜਵਾਦੀ ਧਾਰਨਾ, ਇਹਦੇ ਅਨੁਸਾਰ ਪੂੰਜੀਪਤੀ ਜਿਹੜਾ ਰਾਜ ਹੈ ਉਹਦੇ ਕੰਮ ਕੀ ਨੇ? ਵਰਗੀ ਏਕਤਾ ਵਿੱਚ ਸਦਾ ਰੁਕਾਵਟ ਪੈਦਾ ਕਰਦਾ ਪੂੰਜੀਪਤੀ ਰਾਜ। ਰਾਜ ਪੂੰਜੀਪਤੀ ਦੀ ਰੱਖਿਆ ਲਈ ਤਨਖਾਹ ਦੇਣ ਵਾਲੇ ਜਿਹੜੇ ਮਜ਼ਦੂਰ ਨੇ, ਮਜ਼ਦੂਰ ਵਰਗ ਨੂੰ ਵੰਡ ਕੇ ਰੱਖਦਾ ਹੈ ਤੇ ਕਈ ਤਰੀਕਿਆਂ ਨਾਲ ਇਸ ਵੰਡ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਤੇ ਪੂੰਜੀਪਤੀ ਮਜ਼ਦੂਰਾਂ ਦੇ ਇਕੱਠੇ ਨਾ ਹੋਣ ਅਤੇ ਇਸ ਉਦੇਸ਼ ਦੀ ਪੂਰਤੀ ਲਈ ਰਾਜ ਦੀ ਹਰ ਤਰ੍ਹਾਂ ਦੀ ਵਰਤੋਂ ਕਰਦੇ ਨੇ। ਅੱਗੇ ਹੈਗਾ ਰਾਜ ਦੇ ਕਾਰਜਾਂ ਸੰਬੰਧੀ ਸਮਾਜਵਾਦੀ ਦ੍ਰਿਸ਼ਟੀਕੋਣ ਕੀ ਹੈ? ਇਹ ਹੈਗੇ ਨੇ ਸ਼ੋਸ਼ਕ ਵਰਗ ਜਾਂ ਪੂੰਜੀਪਤੀ ਨੂੰ ਪੂਰੀ ਤਰ੍ਹਾਂ ਸਮਾਪਤ ਕਰਨਾ। ਰਾਜ ਦਾ ਮੁੱਖ ਕੰਮ ਕੀ ਹੈ? ਸ਼ੋਸ਼ਕ ਵਰਗ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਤੇ ਮਜ਼ਦੂਰ ਵਰਗ ਅਤੇ ਹੋਰ ਸ਼ੋਸ਼ਿਤ ਵਰਗਾਂ ਵਿੱਚ ਏਕਤਾ ਪੈਦਾ ਕਰਨਾ। ਅੱਗੇ ਹੈਗੇ ਨੇ ਸਮਾਜਵਾਦੀ ਰਾਜ ਦੇ 2 ਆਰਥਿਕ ਕੰਮ, ਇਹ ਤੁਸੀਂ ਰੀਡ ਕਰ ਲੈਣੇ ਨੇ। ਕਲਿਆਣਕਾਰੀ ਕੰਮ, ਤਾਂ ਸਮਾਜਵਾਦੀ ਅਨੁਸਾਰ ਰਾਜ ਦੇ ਕਲਿਆਣਕਾਰੀ ਕੰਮ ਦੇਸ਼ ਵਿੱਚ ਬੇਰੁਜ਼ਗਾਰੀ ਦੂਰ ਕਰਨ ਦਾ ਯਤਨ ਕਰਨਾ, ਸਮਾਜਵਾਦੀ ਦੇਸ਼ਾਂ ਵਿੱਚ ਕਿਰਤੀਆਂ ਨੂੰ ਕੰਮ ਕਰਨ ਦਾ ਅਧਿਕਾਰ ਦੇਣਾ। ਤੇ ਸਟੂਡੈਂਟਸ ਇਹ ਤੁਹਾਡੇ ਲੌਂਗ ਕੁਐਸਚਨਾਂ 'ਚ ਵੀ ਪੁਆਇੰਟ ਹੈਗੇ ਨੇ, ਉਹਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਯਾਦ ਨੇ ਉਹ ਠੀਕ ਨੇ, ਠੀਕ ਹੈ। ਤੇ ਅੱਗੇ ਤੁਸੀਂ ਇਹ ਜ਼ਰੂਰ ਰੀਡ ਕਰ ਲੈਣੇ ਨੇ, ਇਹ ਜਿਹੜੇ ਨਹੀਂ ਆਏ ਹੋਏ, ਕਿਉਂਕਿ ਇੱਕ ਵਾਰ ਜ਼ਰੂਰ ਰੀਡ ਕਰਨੇ ਨੇ। ਅੱਗੇ ਹੈਗਾ ਉਦਾਰਵਾਦੀ ਰਾਜ ਨੂੰ ਜ਼ਰੂਰੀ ਬੁਰਾਈ ਕਿਉਂ ਮੰਨਦੇ ਨੇ, ਜਾਂ ਰਾਜ ਇੱਕ ਜ਼ਰੂਰੀ ਬੁਰਾਈ ਕਿਉਂ ਹੈ? ਹਾਂਜੀ, ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਨਕਾਰਾਤਮਕ ਉਦਾਰਵਾਦ ਜਾਂ ਵਿਅਕਤੀਵਾਦ ਜਾਂ ਲੇਜ਼ਿਸ ਫੇਅਰ ਦਾ ਸਿਧਾਂਤ ਵੀ ਕਿਹਾ ਜਾਂਦਾ, ਠੀਕ ਹੈ। ਪਰੰਪਰਾਵਾਦੀ ਦ੍ਰਿਸ਼ਟੀਕੋਣ ਨੂੰ ਨਕਾਰਾਤਮਕ ਉਦਾਰਵਾਦ ਵੀ ਕਹਿੰਦੇ ਨੇ, ਵਿਅਕਤੀਵਾਦ ਜਾਂ ਲੇਜ਼ਿਸ ਫੇਅਰ ਦਾ ਸਿਧਾਂਤ ਵੀ ਕਿਹਾ ਜਾਂਦਾ। ਤੇ ਇਹ ਵਿਚਾਰਧਾਰਾ 8ਵੀਂ ਸਦੀ ਤੋਂ ਪਹਿਲਾਂ ਦੀ ਜਿਹੜੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਪੈਦਾ ਹੋਈ ਸੀ। ਤੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦਾ ਹੈ, ਤੇ ਜ਼ਰੂਰੀ ਇਸ ਲਈ ਮੰਨਦਾ ਹੈ ਕਿ ਕਿਉਂਕਿ ਜਿਹੜੇ ਕਿ ਪਰੰਪਰਾਵਾਦੀ ਉਦਾਰਵਾਦ ਮੰਨਦੇ ਨੇ ਕਿ ਮਨੁੱਖੀ ਸਮਾਜ ਦੇ ਵਿੱਚ ਜਿਹੜੇ ਝਗੜੇ ਹੁੰਦੇ ਨੇ ਉਹਨਾਂ ਦਾ ਨਿਪਟਾਰਾ ਜਿਹੜਾ ਕਿ ਰਾਜ ਕਰਦਾ, ਠੀਕ ਹੈ, ਨਿਪਟਾਰਾ ਕਰਦਾ। ਤੇ ਬੁਰਾਈ ਇਸ ਲਈ ਹੈ ਕਿਉਂਕਿ ਜਦੋਂ ਰਾਜ ਦੇ ਕਾਨੂੰਨ ਵਿਅਕਤੀ ਦੀ ਕਿ ਜਿਹੜਾ ਰਾਜ ਆਪਣੀ ਸ਼ਕਤੀ ਦੀ ਵਰਤੋਂ ਕਰਦਾ ਹੈ, ਜਦੋਂ ਰਾਜ ਆਪਣੀ ਸ਼ਕਤੀ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਕਾਨੂੰਨਾਂ ਨਾਲ ਵਿਅਕਤੀ ਦੀ ਸੁਤੰਤਰਤਾ ਘਟਦੀ ਹੈ, ਠੀਕ ਹੈ। ਵਿਅਕਤੀ ਦੀ ਸੁਤੰਤਰਤਾ ਭਾਵ ਕਿ ਖਤਮ ਹੁੰਦੀ ਹੈ, ਉਹਦੀ ਉਲੰਘਣਾ ਹੁੰਦੀ ਹੈ। ਇਸ ਲਈ ਉਹਦਾ ਖੇਤਰ ਹੈ ਜਿਹੜੇ ਕਿ ਘੱਟ ਤੋਂ ਘੱਟ ਹੋਣਾ ਚਾਹੀਦਾ ਰਾਜ ਦਾ ਖੇਤਰ। ਤੇ ਨਕਾਰਾਤਮਕ ਉਦਾਰਵਾਦ ਰਾਜ ਦੇ ਕਾਰਜਾਂ ਨੂੰ ਸੀਮਤ ਕਰਨਾ ਚਾਹੁੰਦਾ, ਭਾਵ ਕਿ ਘਟਾਉਣਾ ਚਾਹੁੰਦਾ, ਥੋੜ੍ਹੇ ਕਰਨਾ ਚਾਹੁੰਦਾ। ਤੇ ਫਰੀਮੈਨ ਕੀ ਕਹਿੰਦਾ ਕਿ ਉਹ ਸਰਕਾਰ ਸਭ ਤੋਂ ਚੰਗੀ ਹੈ ਜੋ ਘੱਟ ਤੋਂ ਘੱਟ ਸ਼ਾਸਨ ਕਰੇ। ਤੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੇ ਸਮਰਥਕ ਕਿਹੜੇ ਸੀ? ਐਡਮ ਸਮਿਥ, ਹਰਬਰਟ ਸਪੈਂਸਰ, ਬੈਂਥਮ। ਰਾਜ ਦੇ ਅਲੋਪ ਹੋ ਜਾਣ ਦੇ ਸੰਬੰਧ ਵਿੱਚ ਮਾਰਕਸਵਾਦੀਆਂ ਦਾ ਕੀ ਮਤ ਹੈ? ਤਾਂ ਪਰੰਪਰਾਵਾਦ ਮਾਰਕਸਵਾਦ ਦੇ ਅਨੁਸਾਰ ਰਾਜ ਸ਼ੋਸ਼ਣ ਦਾ ਇੱਕ ਯੰਤਰ ਹੈ, ਇਸ ਲਈ ਮਾਰਕਸਵਾਦ ਰਾਜ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ। ਤੇ ਸਰਵਹਾਰਾ ਵਰਗ ਹੌਲੀ ਹੌਲੀ ਪੂੰਜੀਵਾਦ ਨੂੰ ਖਤਮ ਕਰਕੇ ਜਿਹੜਾ ਵਰਗ ਸੰਘਰਸ਼ ਉਹਨੂੰ ਖਤਮ ਕਰ ਦਊਗਾ। ਜਦ ਕਿ ਕੋਈ ਵਰਗ ਨਹੀਂ ਰਹੇਗਾ ਤਦ ਰਾਜ ਦੀ ਵੀ ਕੋਈ ਜ਼ਰੂਰਤ ਨਹੀਂ ਹੋਊਗੀ, ਤਾਂ ਰਾਜ ਆਪਣੇ ਆਪ ਹੀ ਖਤਮ ਹੋ ਜਾਊਗਾ। ਨੈਕਸਟ ਚੈਪਟਰ ਹੈਗਾ ਪ੍ਰਭੂਸੱਤਾ।
हाँ जी, प्रभु सत्ता शाब्दिक अर्थ दसना, शाब्दिक उत्पत्ति दसनी है। प्रभु सत्ता ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਪਾਂ ਸੋਵਰੇਨਟੀ ਕਹਿੰਦੇ ਆ, ਸੋਵਰੇਨਟੀ, ਠੀਕ ਹੈ। ਤੇ ਇਹ ਸ਼ਬਦ ਲਤੀਨੀ ਭਾਸ਼ਾ ਦੇ ਸ਼ਬਦ ਸੁਪਰੇਨਸ ਤੋਂ ਬਣਿਆ, ਠੀਕ ਹੈ। ਲਤੀਨੀ ਭਾਸ਼ਾ ਦਾ ਜਿਹੜਾ ਸ਼ਬਦ ਹੈ ਸੁਪਰੇਨਸ, ਉਹ ਤੋਂ ਕੀ ਬਣਿਆ, ਸੋਵਰੇਨਟੀ ਬਣਿਆ, ਠੀਕ ਹੈ। ਤੇ ਜਿਹਦਾ ਅਰਥ ਹੈਗਾ ਸਰਬ ਉੱਚ, ਜਿਹਦਾ ਅਰਥ ਹੈ ਪ੍ਰਭੂ ਸੱਤਾ ਦਾ ਅਰਥ ਕੀ ਹੈ, ਸਰਬ ਉੱਚ, ਸੁਪਰੀਮ। ਅਰਥ ਦੱਸਣਾ ਇਹਦਾ, ਹਾਂਜੀ, ਪ੍ਰਭੂ ਸੱਤਾ ਦਾ ਅਰਥ ਰਾਜ ਦੀ ਸਰਬ ਉੱਚ ਸ਼ਕਤੀ, ਭਾਵ ਕਿ ਉਹ ਸ਼ਕਤੀ ਜਿਹੜੀ ਇਹਨੂੰ ਦੂਜੇ ਸ਼ਕਤੀ ਦੇ ਕਿਸੇ ਦੇ ਅਧੀਨ ਜਿਹੜੀ ਨਾ ਹੋਵੇ। ਪ੍ਰਭੂ ਸੱਤਾ ਦਾ ਅਰਥ ਕੀ ਹੈ, ਰਾਜ ਦੀ ਸਰਬ ਉੱਚ ਸ਼ਕਤੀ ਆ ਉਹ ਸ਼ਕਤੀ ਜਿਹੜੀ ਕਿਸੇ ਦੂਜੀ ਸ਼ਕਤੀ ਦੇ ਅਧੀਨ ਨਹੀਂ ਹੁੰਦੀ, ਭਾਵ ਕਿ ਖੁਦ ਆਪਣੀ ਇੱਕ ਪਾਵਰ ਹੁੰਦੀ ਹੈ। ਤੇ ਰਾਜ ਅੰਦਰ ਅਨੇਕਾਂ ਸੰਸਥਾਵਾਂ, ਸਮਿਤੀਆਂ, ਸਮੂਹ ਆਦਿ ਪਾਏ ਜਾਂਦੇ ਨੇ, ਪਰੰਤੂ ਪ੍ਰਭੂ ਸੱਤਾ ਕੇਵਲ ਰਾਜ ਕੋਲ ਹੁੰਦੀ ਹੈ। ਪ੍ਰਭੂ ਸੱਤਾ ਕੇਵਲ ਰਾਜ ਕੋਲ ਹੁੰਦੀ ਹੈ। ਤੇ ਦੂਜੇ ਜਿਹੜੇ ਸਾਰੇ ਸੰਘ, ਸਮੁਦਾਇ, ਸੰਸਥਾਵਾਂ ਇਹ ਰਾਜ ਦੇ ਅੰਡਰ ਹੁੰਦੇ ਨੇ, ਅਧੀਨ ਹੁੰਦੇ ਨੇ। ਪੱਖ ਕਿਹੜੇ ਕਿਹੜੇ ਨੇ ਇਹਦੇ, ਦੋ ਪੱਖ ਕਹਿ ਸਕਦੇ ਜਾਂ ਆਪਾਂ ਦੋ ਪ੍ਰਕਾਰ ਕਹਿ ਸਕਦੇ ਹਾਂ, ਠੀਕ ਹੈ। ਜਾਂ ਇਹਦੇ ਕਿੰਨੇ ਪ੍ਰਕਾਰ ਦੀ ਆਪਾਂ ਇਹ ਕੁਐਸਚਨ ਕਹਿ ਸਕਦੇ, ਦੋ ਪ੍ਰਕਾਰ ਦੀ, ਅੰਦਰੂਨੀ ਤੇ ਬਾਹਰੀ ਪ੍ਰਭੂ ਸੱਤਾ। ਅੰਦਰੂਨੀ ਪ੍ਰਭੂ ਸੱਤਾ ਕੀ ਹੈ ਜਾਂ ਅੰਦਰਲੀ ਪ੍ਰਭੂ ਸੱਤਾ। ਅੰਦਰੂਨੀ ਪ੍ਰਭੂ ਸੱਤਾ ਜਾਂ ਅੰਦਰਲੀ ਪ੍ਰਭੂ ਸੱਤਾ ਦਾ ਭਾਵ ਇਹ ਹੈ ਕਿ ਰਾਜ ਦੇ ਅੰਦਰ ਜਿਹੜੇ ਰਹਿਣ ਵਾਲੇ ਜਿਹੜੇ ਸਾਰੇ ਵਿਅਕਤੀ ਨੇ ਤੇ ਜਿਹੜੀਆਂ ਸੰਸਥਾਵਾਂ ਨੇ ਉਹ ਪੂਰਨ ਤੌਰ ਤੇ ਕਿਹਦੇ ਅੰਡਰ ਨੇ, ਰਾਜ ਦੇ ਅੰਡਰ ਨੇ, ਰਾਜ ਦੇ ਅਧੀਨ ਨੇ। ਤੇ ਰਾਜ ਦੀ ਆਗਿਆ ਦੀ ਪਾਲਣਾ ਕਰਨਾ ਸਾਰੇ ਵਿਅਕਤੀਆਂ ਤੇ ਸੰਸਥਾਵਾਂ ਦਾ ਪਰਮ ਕਰਤੱਵ ਹੈ। ਤੇ ਰਾਜ ਕਿਸੇ ਵੀ ਮਨੁੱਖ ਤੇ ਸੰਸਥਾ ਨੂੰ ਹੁਕਮ ਦੇ ਸਕਦਾ ਤੇ ਰਾਜ ਉਸ ਵਿਅਕਤੀ ਤੇ ਸੰਸਥਾ ਨੂੰ ਸਜ਼ਾ ਵੀ ਦੇ ਸਕਦਾ, ਭਾਵ ਕਿ ਸਾਰੀ ਚੀਜ਼ ਰਾਜ ਦੇ ਅੰਡਰ ਹੈ, ਰਾਜ ਦੇ ਕਾਨੂੰਨਾਂ ਦੇ ਅਨੁਸਾਰ ਹੀ ਸਾਰੀ ਚੀਜ਼ ਚੱਲਦੀ ਹੈ, ਠੀਕ ਹੈ। ਵਿਅਕਤੀ ਤੇ ਸੰਸਥਾਵਾਂ, ਜੇ ਕੋਈ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹਨੂੰ ਸੰਸਥਾ ਜਾਂ ਵਿਅਕਤੀ ਨੂੰ ਸਜ਼ਾ ਦੇ ਦਿੰਦਾ। ਤੇ ਬਾਹਰੀ ਪ੍ਰਭੂ ਸੱਤਾ ਦਾ ਅਰਥ ਹੈ, ਹਾਂਜੀ, ਬਾਹਰੀ ਪ੍ਰਭੂ ਸੱਤਾ ਤੋਂ ਕੀ ਭਾਵ ਹੈ, ਤਾਂ ਬਾਹਰੀ ਪ੍ਰਭੂ ਸੱਤਾ ਉਹੀ ਹੈ ਵੀ ਰਾਜ ਜਿਹੜੇ ਕਿ ਦੂਜੇ ਰਾਜਾਂ ਤੋਂ ਸੁਤੰਤਰ ਆ, ਭਾਵ ਕਿ ਕੋਈ ਜਦੋਂ ਕੋਈ ਰਾਜ ਦੂਜੇ ਰਾਜਾਂ ਦੇ ਅਧੀਨ ਨਹੀਂ ਹੈਗਾ, ਸੁਤੰਤਰ ਆ, ਇੰਡੀਪੈਂਡੈਂਟ ਹੈ ਤੇ ਕੋਈ ਕਿਸੇ ਦੂਜੇ ਰਾਜ ਨੂੰ ਉਹਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਦੇਣ ਦਾ ਅਧਿਕਾਰ ਨਹੀਂ ਹੈਗਾ। ਪੂਰਨ ਤੌਰ ਤੇ ਜਿਹੜਾ ਰਾਜ ਉਹ ਆਪਣੇ ਜਿਹੜੇ ਕਿ ਆਪਣੀ ਪੂਰੀ ਸ਼ਕਤੀ ਸੰਪੰਨ ਰਾਜ ਹੈ, ਠੀਕ ਹੈ। ਕੋਈ ਕਿਸੇ ਦੂਜਾ ਰਾਜ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ ਤੇ ਦੂਜੇ ਦੇ ਇਹ ਅਧੀਨ ਨਹੀਂ ਹੈਗਾ, ਠੀਕ ਹੈ। ਤਾਂ ਉਹ ਕਿਹੜਾ ਹੋਊਗਾ, ਬਾਹਰੀ ਪ੍ਰਭੂ ਸੱਤਾ। ਅੱਗੇ ਤੁਸੀਂ ਪਰਿਭਾਸ਼ਾਵਾਂ ਕਰਨੀਆਂ ਨੇ ਤੇ ਇਹਦੇ ਵਿਸ਼ੇਸ਼ਤਾਵਾਂ। ਮੌਲਿਕਤਾ, ਪ੍ਰਭੂ ਸੱਤਾ ਮੌਲਿਕ ਹੈ, ਇਸ ਦਾ ਅਰਥ ਹੈ ਕਿ ਪ੍ਰਭੂ ਸੱਤਾ ਰਾਜ ਦੇ ਕੋਲ ਆਪਣੇ ਆਪ ਆ ਜਾਂਦੀ ਹੈ। ਸਥਾਈਪਨ ਹੈ, ਪ੍ਰਭੂ ਸੱਤਾ ਸਥਾਈ ਹੈ, ਪ੍ਰਭੂ ਸੱਤਾ ਜਦ ਤੱਕ ਰਹਿੰਦੀ ਹੈ ਜਦ ਤੱਕ ਰਾਜ ਦਾ ਵਜੂਦ ਹੈ। ਤੇ ਪ੍ਰਭੂ ਸੱਤਾ ਨਿਰਕੁਸ਼ ਹੁੰਦੀ ਹੈ ਤੇ ਰਾਜ ਵਿੱਚ ਇੱਕ ਸਮੇਂ ਤੇ ਇੱਕ ਹੀ ਪ੍ਰਭੂ ਹੁੰਦਾ, ਭਾਵ ਕਿ ਇੱਕ ਵਿਅਕਤੀ ਕੋਲੇ ਇੱਕ ਦੇ ਰਾਜ ਕੋਲ ਹੀ ਹੁੰਦੀ ਹੈ। ਸਰਬ ਵਿਆਪਕਤਾ ਦਾ ਕੀ ਭਾਵ ਆ ਪ੍ਰਭੂ ਸੱਤਾ ਦੀ। ਸਰਬ ਵਿਆਪਕਤਾ ਦਾ ਭਾਵ ਇਹ ਹੈ ਕਿ ਰਾਜ ਖੇਤਰ ਦੀ ਸੀਮਾ ਦੇ ਵਿੱਚ ਰਹਿਣ ਵਾਲੇ ਸਭ ਵਿਅਕਤੀਆਂ, ਸੰਗਠਨ ਜਾਂ ਵਸਤੂਆਂ ਦੇ ਨਿਯੰਤਰਣ ਦੇ ਵਿੱਚ ਰਹਿੰਦੇ ਨੇ। ਤੇ ਨਾ ਮਾਤਰ ਜਾਂ ਅਸਲੀ ਪ੍ਰਭੂ ਸੱਤਾ ਦੇ ਵਿੱਚ ਕੀ ਅੰਤਰ ਹੈ। ਨਾ ਮਾਤਰ ਦੀ ਪ੍ਰਭੂ ਸੱਤਾ ਦਾ ਕੀ ਭਾਵ ਹੈ। ਨਾ ਮਾਤਰ ਪ੍ਰਭੂ ਸੱਤਾ ਜਾਂ ਪ੍ਰਭੂ ਉਹ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੈ ਜਿਹਦੇ ਕੋਲ ਸ਼ਾਸਨ ਦੀਆਂ ਸਮੁੱਚੀਆਂ ਸ਼ਕਤੀਆਂ ਹੁੰਦੀਆਂ ਨੇ, ਪਰੰਤੂ ਉਹਨਾਂ ਸ਼ਕਤੀਆਂ ਦੀ ਵਰਤੋਂ ਉਹ ਆਪਣੇ ਆਪ ਨਹੀਂ ਕਰਦਾ, ਠੀਕ ਹੈ। ਤੇ ਇਹ ਕੰਮ ਉਹਦੇ ਨਾਂ ਤੇ ਕੋਈ ਹੋਰ ਕਰਦਾ। ਨਾ ਮਾਤਰ ਪ੍ਰਭੂ ਸੱਤਾ ਉਹ ਹੁੰਦੀ ਹੈ ਵੀ ਜਦੋਂ ਜਿਹੜੇ ਕਿ ਉਹ ਵਿਅਕਤੀ ਜਾਂ ਉਹ ਸਮੂਹ ਜਿਹਦੇ ਕੋਲ ਸ਼ਕਤੀ ਤਾਂ ਹੈ ਬਟ ਉਹ ਆਪਣੀ ਸ਼ਕਤੀ ਦੀ ਵਰਤੋਂ ਨਹੀਂ ਕਰਦਾ, ਠੀਕ ਹੈ, ਉਹਦੇ ਨਾਂ ਤੇ ਹੀ ਕੰਮ ਚਲਾਇਆ ਜਾਂਦਾ। ਜਿਵੇਂ ਕਿ ਇੰਗਲੈਂਡ ਦੀ ਮਹਾਰਾਣੀ। ਅਸਲੀ ਪ੍ਰਭੂ ਸੱਤਾ ਉਹ ਹੁੰਦੀ ਹੈ ਜਿਹੜੀ ਅਸਲ ਰੂਪ ਦੇ ਵਿੱਚ ਪ੍ਰਭੂ ਸੱਤਾ ਦੀ ਵਰਤੋਂ ਕਰਦਾ, ਠੀਕ ਹੈ, ਆਪਣੀ ਸ਼ਕਤੀ ਦੀ ਖੁਦ ਵਰਤੋਂ ਕਰਦਾ, ਉਹ ਹੋ ਗਿਆ ਅਸਲੀ ਪ੍ਰਭੂ ਸੱਤਾ। ਉਦਾਹਰਨ ਦੇ ਲਈ ਆਪਾਂ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਭੂ ਸੱਤਾ ਅਸਲੀ ਪ੍ਰਭੂ ਸੱਤਾ, ਕਿਉਂਕਿ ਸੰਵਿਧਾਨਿਕ ਰੂਪ ਦੇ ਵਿੱਚ ਜਿਹੜੀਆਂ ਸ਼ਕਤੀਆਂ ਉਸ ਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੀ ਵਰਤੋਂ ਉਹ ਆਪ ਕਰਦਾ। ਤੇ ਪ੍ਰਭੂ ਸੱਤਾ ਦਾ ਕਾਨੂੰਨੀ ਸਿਧਾਂਤ ਦੀ ਕਿਸ ਦੀ ਦੇਣ ਹੈ। ਪ੍ਰਭੂ ਸੱਤਾ ਕਾਨੂੰਨੀ ਸਿਧਾਂਤ ਉਸ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਵਿੱਚ ਹੁੰਦੀ ਹੈ ਜਿਹਦੇ ਕੋਲ ਕਾਨੂੰਨ ਨਿਰਮਾਣ ਕਰਨ ਦੀ ਸਰਵਉੱਚ ਸ਼ਕਤੀ ਹੁੰਦੀ ਹੈ, ਕਾਨੂੰਨ ਬਣਾਉਣ ਦੀ ਸਰਵਉੱਚ ਸ਼ਕਤੀ ਹੁੰਦੀ ਹੈ। ਤੇ ਕਾਨੂੰਨੀ ਪ੍ਰਭੂ ਸੱਤਾ ਦੇ ਬਣਾਏ ਹੋਏ ਕਾਨੂੰਨ ਸਮੁੱਚੇ ਰਾਜ ਦੇ ਵਿੱਚ ਲਾਗੂ ਹੁੰਦੇ ਨੇ ਤੇ ਰਾਜ ਦੇ ਅੰਦਰ ਰਹਿਣ ਵਾਲੇ ਸਾਰੇ ਵਿਅਕਤੀ, ਸੰਸਥਾਵਾਂ ਉਹਨਾਂ ਕਾਨੂੰਨਾਂ ਦੀ ਪਾਲਣਾ ਕਰਦੇ ਨੇ। ਕਾਨੂੰਨੀ ਪ੍ਰਭੂ ਸੱਤਾ ਦੀ ਅੱਗੇ ਪਰਿਭਾਸ਼ਾ ਤੁਸੀਂ ਯਾਦ ਕਰ ਲੈਣੀ ਹੈ। ਤੇ ਇਹਦੇ ਵਿਸ਼ੇਸ਼ਤਾਵਾਂ, ਜਿਵੇਂ ਰਾਜ ਵਿੱਚ ਕਾਨੂੰਨ ਪ੍ਰਭੂ ਨਿਸ਼ਚਿਤ ਪ੍ਰਭੂ ਸੱਤਾ ਹੁੰਦੀ ਹੈ ਜਿਹਦੇ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ। ਤੇ ਕਾਨੂੰਨੀ ਪ੍ਰਭੂ ਸੱਤਾ ਇੱਕ ਵਿਅਕਤੀ ਵਿੱਚ ਵੀ ਛੁਪੀ ਹੋ ਸਕਦੀ ਹੈ, ਜਿਵੇਂ ਕਿ ਨਿਰਕੁਸ਼ ਰਾਜਤੰਤਰ ਵਿੱਚ ਰਾਜਾਂ ਦੇ ਦਾਸ ਅਤੇ ਵਿਅਕਤੀਆਂ ਦੇ ਸਮੂਹ ਦੇ ਵਿੱਚ ਹੋ ਸਕਦੀ ਹੈ। ਲੋਕਤੰਤਰ ਦੇ ਵਿੱਚ ਸੰਸਦ ਦੇ ਕੋਲ। ਇੰਗਲੈਂਡ ਦੇ ਵਿੱਚ ਕਾਨੂੰਨੀ ਪ੍ਰਭੂ ਸੱਤਾ ਸੰਸਦ ਦੇ ਕੋਲ ਹੈ। ਅਗਲਾ ਹੈਗਾ ਰਾਜਨੀਤਿਕ ਪ੍ਰਭੂ ਸੱਤਾ ਕੀ ਹੁੰਦੀ ਹੈ। ਹਾਂਜੀ, ਕਾਨੂੰਨੀ ਇਹ ਪ੍ਰਭੂ ਸੱਤਾ ਵਿਗਿਆਨਿਕ ਰੂਪ ਦੇ ਵਿੱਚ ਸਭ ਕੁਝ ਕਰ ਸਕਦੀ ਹੈ, ਬਟ ਵਿਵਹਾਰਿਕ ਰੂਪ ਦੇ ਵਿੱਚ ਇਸ ਨੂੰ ਵੋਟਰ ਦੀਆਂ ਇੱਛਾਵਾਂ 'ਤੇ ਨਿਰਭਰ ਹੋਣਾ ਪੈਂਦਾ। ਕਾਨੂੰਨੀ ਪ੍ਰਭੂ ਸੱਤਾ ਵਿਗਿਆਨਿਕ ਰੂਪ ਦੇ ਵਿੱਚ ਤਾਂ ਸਭ ਕੁਝ ਕਰ ਲੂਗੀ, ਬਟ
ਅਸਲ ਦੇ ਵਿੱਚ ਉਹਨੂੰ ਕਿਹਦੇ ਤੇ ਡਿਪੈਂਡ ਹੋਣਾ ਪੈਂਦਾ, ਵੋਟਰਾਂ ਦੀ ਇੱਛਾ ਤੇ ਆਪਾਂ ਕਹਿ ਸਕਦੇ ਕਿ ਵੋਟਰਾਂ ਨੂੰ ਰਾਜਨੀਤਿਕ ਪ੍ਰਭੂ ਕਿਹਾ ਜਾ ਸਕਦਾ। ਕਾਨੂੰਨੀ ਪ੍ਰਭੂ ਸੱਤਾ ਦੇ ਪਿੱਛੇ ਰਾਜਨੀਤਿਕ ਪ੍ਰਭੂ ਸੱਤਾ ਹੁੰਦੀ ਹੈ। ਕਾਨੂੰਨ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਤੱਤਾਂ ਦੇ ਸਮੂਹ ਨੂੰ ਕਾਨੂੰਨੀ ਪ੍ਰਭੂ ਸੱਤਾ ਕਿਹਾ ਜਾਂਦਾ। ਵੀ ਜਦੋਂ ਕਾਨੂੰਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਸਾਰੇ ਤੱਤ ਨੇ ਉਹਨਾਂ ਦੇ ਸਮੂਹ ਨੂੰ ਆਪਾਂ ਕੀ ਕਹਿੰਦੇ ਆ, ਰਾਜਨੀਤਿਕ ਪ੍ਰਭੂ ਸੱਤਾ ਕਿਹਾ ਜਾਂਦਾ। ਜਿਹਦੇ ਵਿੱਚ ਆ ਜਾਂਦਾ ਜਨਮਤ, ਜਨਮਤ ਭਾਵ ਕਿ ਲੋਕ ਮਤ, ਠੀਕ ਹੈ, ਰਾਜਨੀਤਿਕ ਦਲ, ਮਤਦਾਤਾ, ਪ੍ਰੈਸ। ਨੈਕਸਟ ਹੈਗੇ ਨੇ ਤੁਸੀਂ ਹਰਮਨ ਪਿਆਰੇ ਪ੍ਰਭੂ ਸੱਤਾ, ਲੋਕ ਪ੍ਰਭੂ ਸੱਤਾ ਬਾਰੇ ਕੀ ਜਾਣਦੇ ਹੋ? ਲੋਕ ਪ੍ਰਭੂ ਸੱਤਾ ਦਾ ਭਾਵ ਇਹ ਹੈ ਕਿ ਪ੍ਰਭੂ ਸੱਤਾ ਜਨਤਾ ਦੇ ਕੋਲ ਹੈ, ਠੀਕ ਹੈ, ਜਨਤਾ ਦੇ ਕੋਲ ਹੈ। ਤੇ ਅੱਗੇ ਦੀ ਪਰਿਭਾਸ਼ਾ, ਇਹਦੀ ਮਹੱਤਤਾ, ਅੱਗੇ ਹੈਗਾ ਆਸਟਿਨ ਦੇ ਪ੍ਰਭੂ ਸੱਤਾ ਬਾਰੇ ਵਿਚਾਰ ਦੱਸਣੇ ਨੇ। ਹਾਂਜੀ, ਇਹ ਲੌਂਗ ਕੁਐਸਚਨ ਵੀ ਇੰਪੋਰਟੈਂਟ ਆ। ਜਾਂ ਬ੍ਰਹਮਵਾਦੀ ਪ੍ਰਭੂ ਸੱਤਾ ਤੋਂ ਕੀ ਭਾਵ ਹੈ? ਆਸਟਿਨ ਨੇ ਪ੍ਰਭੂ ਸੱਤਾ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਹੈ ਕਿ ਜੇਕਰ ਇੱਕ ਨਿਸ਼ਚਿਤ ਸਰਬਉੱਤਮ ਵਿਅਕਤੀ ਆਪਣੇ ਆਪ ਕਿਸੇ ਹੋਰ ਸਰਬਉੱਤਮ ਵਿਅਕਤੀ ਦੀ ਆਗਿਆ ਦੀ ਪਾਲਣ ਕਰਨ ਦਾ ਅਭਿਸਤ ਨਾ ਕਰੇ, ਜਿਸ ਦੀ ਆਗਿਆ ਦਾ ਪਾਲਣਾ ਸਮਾਜ ਦੇ ਵਧੇਰੇ ਸੁਭਾਵਿਕ ਰੂਪ ਨਾਲ ਕਰਦਾ ਹੋਵੇ, ਤਾਂ ਉਹ ਸਰਬਉੱਤਮ ਵਿਅਕਤੀ ਉਸ ਸਮਾਜ ਦੇ ਵਿੱਚ ਪ੍ਰਭੂ, ਭਾਵ ਕਿ ਜੇ ਕੋਈ ਵਿਅਕਤੀ ਹੈ, ਜਦੋਂ ਕਿਸੇ ਦੀ ਆਪਾਂ ਕਹਿ ਸਕਦੇ ਹਾਂ ਸਿੰਪਲ ਲੈਂਗੁਏਜ ਦੇ ਵਿੱਚ ਵੀ ਕਿਸੇ ਇੱਕ ਨਿਸ਼ਚਿਤ, ਜਦੋਂ ਕੋਈ ਸਰਬਉੱਤਮ ਵਿਅਕਤੀ, ਠੀਕ ਹੈ, ਕੋਈ ਸਰਬਉੱਤਮ ਵਿਅਕਤੀ ਆ, ਉਹ ਜਿਵੇਂ ਇੱਕ ਸਰਬਉੱਤਮ ਵਿਅਕਤੀ ਆ, ਇਸ ਦੀ ਆਗਿਆ ਦਾ ਪਾਲਣ ਇਹ ਨਾ ਕਰੇ, ਠੀਕ ਹੈ, ਇਹ ਨਾ ਕਰੇ। ਇੱਕ ਸਰਬਉੱਤਮ ਵਿਅਕਤੀ ਜਿਹੜਾ ਦੂਜਾ ਸਰਬਉੱਤਮ ਵਿਅਕਤੀ ਹੈ ਉਹਦੀ ਆਗਿਆ ਦਾ ਪਾਲਣ ਨਾ ਕਰੇ, ਜਦ ਕਿ ਜਿਹੜਾ ਜਿਹਦੀ ਆਗਿਆ ਦਾ ਉਹ ਪਾਲਣ ਨਹੀਂ ਕਰ ਰਿਹਾ, ਉਸ ਸਰਬਉੱਤਮ ਵਿਅਕਤੀ ਦੀ ਬਾਕੀ ਸਮੂਹ ਜਿਹੜਾ ਕਿ ਆਗਿਆ ਦਾ ਪਾਲਣ ਕਰ ਰਹੇ ਆ, ਬਟ ਇਹ ਨਹੀਂ ਕਰ ਰਿਹਾ, ਤਾਂ ਉਹ ਸਰਬਉੱਤਮ ਵਿਅਕਤੀ ਉਸ ਸਮਾਜ ਦੇ ਵਿੱਚ ਪ੍ਰਭੂ ਹੁੰਦਾ, ਠੀਕ ਹੈ, ਤੇ ਉਹ ਸਮਾਜ ਸਰਬਉੱਤਮ ਵਿਅਕਤੀ ਸਮੇਤ ਸਹਿਤ, ਠੀਕ ਹੈ, ਭਾਵ ਕਿ ਸਮੇਤ ਰਾਜਨੀਤਿਕ ਸੁਤੰਤਰ ਸਮਾਜ ਜਾਂ ਰਾਜ ਹੁੰਦਾ। ਅੱਗੇ ਹੈਗਾ ਆਸਟ੍ਰੇਲੀਆ ਦੇ ਪ੍ਰਭੂ ਸੱਤਾ ਦੇ ਸਿਧਾਂਤ ਦੀ ਵਿਸ਼ੇਸ਼ਤਾ, ਮੈਂ ਤੁਸੀਂ ਲੌਂਗ ਦੇ ਵਿੱਚ ਕੀਤੇ ਹੋਣਾ। ਸੀਮਿਤ ਪ੍ਰਭੂ ਸੱਤਾ ਦੇ ਸਿਧਾਂਤ ਦੀ ਵਿਆਖਿਆ ਕਰਨੀ ਆ। ਬਹੁਤ ਸਾਰੇ ਲੇਖਕ ਜਿਹੜੇ ਕਿ ਵਿਵਹਾਰਿਕ ਰੂਪ ਦੇ ਵਿੱਚ ਪ੍ਰਭੂ ਸੱਤਾ, ਜਿਹੜੀ ਪ੍ਰਭੂ ਸੱਤਾ ਦੀ ਸ਼ਕਤੀ ਦੀ ਵਰਤੋਂ ਨਿਰਕੁਸ਼ ਢੰਗ ਨਾਲ ਨਹੀਂ ਹੁੰਦੀ, ਠੀਕ ਹੈ। ਤਾਂ ਕਾਨੂੰਨੀ ਦ੍ਰਿਸ਼ਟੀ ਤੋਂ ਇਹ ਅਸੀਮ ਰਾਜ ਸ਼ਕਤੀ ਵਿਵਹਾਰ ਦੇ ਵਿੱਚ ਕਈ ਪਾਸੇ ਤੋਂ ਘਿਰੀ ਹੋਈ ਹੈ, ਤੇ ਅਸਲ ਦੇ ਵਿੱਚ ਕੋਈ ਵੀ ਪ੍ਰਭੂ ਨਾ ਤਾਂ ਕਦੇ ਪੂਰੀ ਤਰ੍ਹਾਂ ਨਿਰਕੁਸ਼ ਰਿਹਾ, ਤੇ ਭਾਵ ਕਿ ਪ੍ਰਭੂ ਸੱਤਾ ਦੀ ਜਿਹੜੀ ਵਰਤੋਂ ਕਰਦਾ ਨਾ ਤਾਂ ਕਦੇ ਨਿਰਕੁਸ਼ ਹੈ, ਤੇ ਨਾ ਇਸ ਵੇਲੇ ਤੇ ਨਾ ਹੀ ਭਵਿੱਖ ਦੇ ਵਿੱਚ ਅਜਿਹਾ ਹੋ ਸਕਦਾ। ਅਤੇ ਪਾਬੰਦੀਆਂ ਕਿਹੜੇ ਨੇ? ਕੁਦਰਤੀ ਨਿਯਮ, ਦੇਵੀ ਤੇ, ਠੀਕ ਹੈ, ਤੇ ਨੈਤਿਕ ਨਿਯਮ। ਅੱਗੇ ਪ੍ਰਭੂ ਸੱਤਾ ਦੇ ਇਕੱਤਤਾਵਾਦੀ ਸਿਧਾਂਤ ਦੀ ਵਿਆਖਿਆ ਕਰਨੀ ਹੈ। ਹਾਂਜੀ, ਇਕੱਤਤਾਵਾਦੀ ਦੇ ਅਨੁਸਾਰ ਪ੍ਰਭੂ ਸੱਤਾ ਪੂਰਨ, ਨਿਸ਼ਚਿਤ, ਨਿਰਕੁਸ਼, ਅਸੀਮ, ਅਣਵੰਡ, ਸਰਬਵਿਆਪੀ ਤੇ ਨਿਵੇਕਲਾਪਨ ਹੈ, ਠੀਕ ਹੈ। ਇਕੱਤਤਾਵਾਦੀ ਦੇ ਅਨੁਸਾਰ ਪ੍ਰਭੂ ਸੱਤਾ ਰਾਜ ਦੇ ਕੋਲ ਹੁੰਦੀ ਹੈ, ਤੇ ਇਹ ਸਾਰੀ ਰਾਜਸੀ ਸ਼ਕਤੀ ਦਾ ਸੋਮਾ ਹੈ, ਭਾਵ ਕਿ ਰਾਜ ਦੇ ਕੋਲ ਹੁੰਦੀ ਹੈ ਸਾਰੀ ਰਾਜਸੀ ਸ਼ਕਤੀ ਦਾ ਸੋਮਾ ਕੀ ਹੈ? ਇਹ ਜਿਹੜੇ ਕਿ ਇਕੱਤਤਾਵਾਦੀ ਸਿਧਾਂਤ ਹੈ। ਤੇ ਰਾਜ ਦੇ ਅੰਦਰ ਰਹਿਣ ਵਾਲੇ ਸਾਰੇ ਵਿਅਕਤੀ ਤੇ ਸਮੁਦਾਇ ਰਾਜ ਦੇ ਅੰਡਰ ਨੇ, ਤੇ ਰਾਜ ਹੀ ਕਾਨੂੰਨ ਦਾ ਸਰੋਤ ਹੈ, ਤੇ ਸਾਰੇ ਕਾਨੂੰਨ ਉਸ ਦੁਆਰਾ ਹੀ ਬਣਾਏ ਜਾਂਦੇ ਨੇ। ਅੱਗੇ ਹੈਗਾ ਕਾਨੂੰਨ ਸੰਬੰਧੀ ਆਸਟਿਨ ਦੇ ਵਿਚਾਰ। ਆਸਟਿਨ ਦੇ ਅਨੁਸਾਰ ਜਿਹੜੇ ਕਿ ਕਾਨੂੰਨ ਉੱਚਿਆਂ ਅਤੇ ਨੀਵਿਆਂ ਨੂੰ ਦਿੱਤਾ ਗਿਆ ਉਦੇਸ਼ ਹੈ, ਭਾਵ ਕਿ ਕਾਨੂੰਨ ਉੱਚਿਆਂ ਅਤੇ ਨੀਵੇਂ ਨੇ ਜਿਹੜੇ ਉਹਨਾਂ ਨੂੰ ਦਿੱਤਾ ਗਿਆ ਉਦੇਸ਼ ਹੁੰਦਾ, ਤੇ ਕਾਨੂੰਨ ਪ੍ਰਭੂ ਦਾ ਹੁਕਮ ਹੁੰਦਾ, ਭਾਵ ਕਿ ਜਿਹੜਾ ਜਿਹਦੇ ਕੋਲ ਪ੍ਰਭੂ ਸੱਤਾ ਹੁੰਦੀ ਹੈ ਉਹਦਾ ਹੁਕਮ ਹੁੰਦਾ, ਤੇ ਪ੍ਰਭੂ ਸਮੁੱਚੇ ਕਾਨੂੰਨ ਦਾ ਸੋਮਾ ਹੁੰਦਾ ਹੈ। ਤੇ ਪ੍ਰਭੂ ਦੀ, ਭਾਵ ਕਿ ਇੱਥੇ ਜਿਹੜਾ ਪ੍ਰਭੂ ਵਰਡ ਉਹਦੇ ਲਈ ਯੂਜ਼ ਕੀਤਾ ਗਿਆ ਜਿਹਦੇ ਕੋਲ ਪ੍ਰਭੂ ਸੱਤਾ ਹੁੰਦੀ ਹੈ, ਤਾਂ ਪ੍ਰਭੂ ਦੀ ਇੱਛਾ ਹੀ ਕਾਨੂੰਨ ਹੁੰਦੀ ਹੈ, ਤੇ ਕੋਈ ਵਿਅਕਤੀ ਜਾਂ ਸੰਸਥਾ ਪ੍ਰਭੂ ਸੱਤਾ ਦੀ ਆਗਿਆ ਦੀ ਪਾਲਣਾ ਦੀ ਉਲੰਘਣਾ ਨਹੀਂ ਕਰ ਸਕਦਾ, ਤੇ ਜੋ ਕਰਦਾ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਅੱਗੇ ਹੈ ਡੀ ਫੈਕਟੋ ਪ੍ਰਭੂ ਸੱਤਾ ਦਾ ਅਰਥ ਕੀ ਹੈ? ਵਿਵਹਾਰਿਕ ਪ੍ਰਭੂ ਸੱਤਾ ਉਹ ਹੋ ਗਈ, ਭਾਵ ਕਿ ਉਹ ਆਪਾਂ ਕਹਿ ਸਕਦੇ ਹਾਂ ਵਿਵਹਾਰਿਕ ਪ੍ਰਭੂ ਉਸ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਕਿ ਦੇਸ਼ ਦਾ ਅਸਲੀ ਸ਼ਾਸਕ ਹੁੰਦੇ ਨੇ, ਠੀਕ ਹੈ, ਬਟ ਉਹਨਾਂ ਦੀ ਸ਼ਕਤੀ ਦਾ, ਪਾਵਰ ਦਾ ਆਧਾਰ ਕਾਨੂੰਨ ਨਹੀਂ ਹੁੰਦਾ, ਸ਼ਕਤੀ ਹੁੰਦੀ ਹੈ, ਠੀਕ ਹੈ, ਕਾਨੂੰਨ ਨਾ ਹੋ ਕੇ ਸ਼ਕਤੀ ਹੁੰਦੀ ਹੈ। ਤਾਂ ਜਦ ਕੋਈ ਵਿਧਾਨਿਕ ਪ੍ਰਭੂ ਆਪਣੇ ਆਦੇਸ਼ਾਂ ਦੀ ਪਾਲਣਾ ਕਰਵਾਉਣ ਦੀ ਸ਼ਕਤੀ, ਪਾਵਰ ਖੋ ਬੈਠਦਾ, ਤਾਂ ਅਤੇ ਹੋਰ ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਆਪਣੀ ਆਦੇਸ਼ਾਂ ਦੀ ਪਾਲਣਾ ਕਰਵਾਉਣ ਦੇ ਵਿੱਚ ਸਫਲ ਹੋ ਜਾਂਦਾ, ਭਾਵੇਂ ਉਸ ਨੂੰ ਕਾਨੂੰਨੀ ਮਾਨਤਾ ਵੀ ਪ੍ਰਾਪਤ ਹੋਵੇ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਵਿਵਹਾਰਿਕ ਪ੍ਰਭੂ ਕਹਾਂਗੇ, ਠੀਕ ਹੈ। ਅੱਗੇ ਹੈਗਾ ਪ੍ਰਭੂ ਸੱਤਾ ਦਾ ਬਹੁਲਤਾਵਾਦੀ ਸਿਧਾਂਤ ਕੀ ਹੈ? ਤਾਂ ਬਹੁ ਸਮੁਦਾਇ ਪ੍ਰਭੂ ਸੱਤਾ ਦੇ ਇਕਤਾਵਾਦੀ ਜਿਹੜਾ ਸਿਧਾਂਤ ਸੀ ਉਹਦਾ ਵਿਰੋਧੀ ਸੀ, ਠੀਕ ਹੈ। ਇਕਤਾਵਾਦੀਆਂ ਦੇ ਅਨੁਸਾਰ ਪ੍ਰਭੂ ਸੱਤਾ ਪੂਰਨ, ਨਿਸ਼ਚਿਤ, ਨਿਰਕੁਸ਼, ਅਸੀਮ, ਅਵੰਡਵੀ, ਸਰਬਵਿਆਪੀ ਤੇ ਅਵਿਨਾਸ਼ੀ ਹੈ। ਤੇ ਇਕਤਾਵਾਦੀਆਂ ਦੇ ਮਤ ਅਨੁਸਾਰ ਰਾਜ ਦੇ ਕੋਲ ਹੁੰਦਾ, ਤੇ ਇਹ ਸਾਰੀ ਰਾਜਸੀ ਸ਼ਕਤੀ ਦਾ ਸੋਮਾ ਹੈ। ਤੇ ਪ੍ਰਭੂ ਸੱਤਾ ਦਾ ਇਸ ਇਕਤਾਵਾਦੀ ਦੇ ਵਿਰੁੱਧ ਜਿਹੜੀ ਕਿ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਕਿਹੜਾ ਪੈਦਾ ਹੁੰਦਾ? ਬਹੁਲਵਾਦੀ ਸਿਧਾਂਤ, ਪਲੂਰਲਿਜ਼ਮ।
ਤਾਂ ਇਹਦੇ ਵਿੱਚ ਕੀ ਹੈ, ਬਹੁ ਸਮੁਦਾਇ ਦਾ ਅਨੁਸਾਰ ਪ੍ਰਭੂ ਸੱਤਾ ਰਾਜ ਦੇ ਕੋਲ ਨਾ ਹੋ ਕੇ ਰਾਜ ਦੇ ਕਈ ਸਮੁਦਾਵਾਂ ਦੇ ਵਿੱਚ ਵੰਡੀ ਵੀ ਹੁੰਦੀ ਹੈ। ਵੀ ਪ੍ਰਭੂ ਸੱਤਾ ਇਕਤਾਵਾਦੀ ਤਾਂ ਕਹਿੰਦੇ ਸੀ ਇੱਕ ਕੋਲ ਹੁੰਦੀ ਹੈ, ਬਟ ਇਹ ਕਹਿੰਦਾ ਸੀ ਕਿ ਇੱਕ ਕੋਲ ਨਹੀਂ ਬਲਕਿ ਅੱਗੇ 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 ਕਈ ਜਗ੍ਹਾ ਤੇ ਵੰਡੀ ਵੀ ਹੁੰਦੀ ਹੈ। ਠੀਕ ਹੈ, ਤੇ ਇਹ ਰਾਜ ਦੀ ਸੰਪत्ति ਨਹੀਂ ਹੈਗੀ। ਉਹਨਾਂ ਅਨੁਸਾਰ ਰਾਜ ਸਰਵਉੱਚ ਸੰਸਥਾ ਨਾ ਹੋ ਕੇ ਹੋਰ ਸਮੁਦਾਵਾਂ ਦੀ ਤਰ੍ਹਾਂ ਹੀ ਹੈ ਤੇ ਆਦਮੀ ਆਪਣੀ ਲੋੜਾਂ ਦੀ ਪੂਰਤੀ ਲਈ ਕਈ ਕਿਸਮ ਦੇ ਸਮਾਜਿਕ, ਰਾਜਸੀ, ਧਾਰਮਿਕ, ਸੱਭਿਆਚਾਰਕ ਤੇ ਆਰਥਿਕ ਸਮੁਦਾਇ ਬਣਾਉਂਦਾ ਹੈ ਤੇ ਰਾਜ ਵੀ ਆਦਮੀ ਦੀਆਂ ਰਾਜਸੀ ਲੋੜਾਂ ਦੀ ਜਿਹੜੇ ਕਿ ਵਿਕਾਸ ਕਰਨ ਦੇ ਲਈ ਇੱਕ ਸਮੁਦਾਇ ਹੈ। ਠੀਕ ਹੈ, ਤੇ ਇਸ ਲਈ ਪ੍ਰਭੂ ਸੱਤਾ ਰਾਜ ਦੇ ਕੋਲ ਨਾ ਹੋ ਕੇ ਸਮੁਦਾਵਾਂ ਦੇ, ਭਾਵ ਕਿ ਆਪਾਂ ਸਿੰਪਲ ਕਹਿ ਸਕਦੇ ਕਿ ਜਦੋਂ ਪ੍ਰਭੂ ਸੱਤਾ ਇੱਕ ਕੋਲ ਨਾ ਹੋ ਕੇ ਅੱਗੇ ਕਈ ਸਮੁਦਾਵਾਂ ਦੇ ਵਿੱਚ ਵੰਡੀ ਵੀ ਹੁੰਦੀ ਹੈ, ਰਾਜਾਂ ਤੇ ਸਮੁਦਾਵਾਂ ਦੇ ਵਿੱਚ ਵੰਡੀ ਵੀ ਹੁੰਦੀ ਹੈ। ਠੀਕ ਹੈ, ਜਦੋਂ ਇੱਕ ਰਾਜ ਕੋਲ ਨਹੀਂ ਹੈਗੀ ਬਲਕਿ ਅੱਗੇ ਅੱਗੇ ਕਈ ਸਮੁਦਾਵਾਂ ਦੇ ਵਿੱਚ ਵੰਡੀ ਹੋਈ ਹੈ ਤਾਂ ਉਹਨੂੰ ਆਪਾਂ ਕੀ ਕਹਾਂਗੇ, ਬਹੁਲਤਾਵਾਦੀ ਸਿਧਾਂਤ। ਠੀਕ ਹੈ, ਬਹੁਲਵਾਦੀ ਪ੍ਰਭੂ ਸੱਤਾ, ਜਦੋਂ ਇੱਕ ਕੋਲ ਨਾ ਹੋ ਕੇ ਅੱਗੇ ਅੱਗੇ ਸਮੁਦਾਵਾਂ ਦੇ ਵਿੱਚ ਵੰਡੀ ਵੀ ਹੋਈ। ਤੇ ਵਾਸਤਵਿਕ ਪ੍ਰਭੂ ਸੱਤਾ ਤੋਂ ਕੀ ਭਾਵ ਹੈ? ਵਾਸਤਵਿਕ ਪ੍ਰਭੂ ਸੱਤਾ ਜਾਂ ਅਸਲੀ ਪ੍ਰਭੂ ਉਹ ਹੁੰਦਾ ਜੋ ਅਸਲੀ ਰੂਪ ਦੇ ਵਿੱਚ ਪ੍ਰਭੂ ਸੱਤਾ ਦੀ ਵਰਤੋਂ ਕਰਦਾ। ਉਦਾਹਰਨ ਦੇ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਅਸਲੀ ਪ੍ਰਭੂ ਸੱਤਾ ਹੈ, ਕਿਉਂਕਿ ਸੰਵਿਧਾਨਿਕ ਰੂਪ ਦੇ ਵਿੱਚ ਜੋ ਸ਼ਕਤੀ ਉਹਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੀ ਵਰਤੋਂ ਖੁਦ ਕਰਦਾ। ਤੇ ਭਾਰਤ ਦੇ ਵਿੱਚ ਅਸਲੀ ਪ੍ਰਭੂ ਮੰਤਰੀ ਮੰਡਲ ਹੈ, ਕਿਉਂਕਿ ਰਾਸ਼ਟਰਪਤੀ ਦੇ ਸਮੁੱਚੇ ਸ਼ਕਤੀ ਦੀ ਵਰਤੋਂ ਉਹਦੇ ਕੋਲ ਹੁੰਦੀ ਹੈ। ਅਗਲਾ ਹੈਗਾ ਰਾਜਨੀਤਿਕ ਪ੍ਰਣਾਲੀ ਦਾ ਅਰਥ। ਠੀਕ ਹੈ, ਰਾਜਨੀਤਿਕ ਸ਼ਬਦ ਸੱਤਾ ਜਾਂ ਸ਼ਕਤੀ ਦਾ ਸੂਚਕ ਹੈ। ਕਿਸੇ ਵੀ ਸਮੁਦਾਇ ਜਾਂ ਸੰਘ ਨੂੰ ਰਾਜਨੀਤਿਕ ਉਸ ਸਮੇਂ ਕਿਹਾ ਜਾਂਦਾ ਹੈ ਜਦੋਂ ਕਿ ਉਹਦੀ ਆਗਿਆ ਦਾ ਪਾਲਣ ਪ੍ਰਸ਼ਾਸਨਿਕ ਕਰਮਚਾਰੀ ਵਰਗ ਦੁਆਰਾ ਸਰੀਰਕ ਬਲ ਦੁਆਰਾ ਡਰਾ ਕੇ ਜਿਹੜੇ ਕਿ ਕਰਵਾਇਆ ਜਾਂਦਾ। ਅੱਗੇ ਹੈਗਾ ਰਾਜਨੀਤਿਕ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ? ਰਾਜਨੀਤਿਕ ਪ੍ਰਣਾਲੀ ਦਾ ਸੰਬੰਧ ਉਹ ਸਭ ਗੱਲਾਂ, ਕਿਰਿਆਵਾਂ, ਸੰਸਥਾਵਾਂ ਨਾਲ ਹੈ ਜੋ ਕਿਸੇ ਨਾ ਕਿਸੇ ਰਾਜਸੀ ਜੀਵਨ ਨੂੰ ਪ੍ਰਭਾਵਿਤ ਕਰਦੇ ਨੇ। ਤੇ ਰਾਜਨੀਤਿਕ ਪ੍ਰਣਾਲੀ ਦਾ ਸੰਬੰਧ ਕੇਵਲ ਕਾਨੂੰਨ ਬਣਾਉਣ ਤੇ ਲਾਗੂ ਕਰਨ ਨਾਲ ਨਹੀਂ, ਸਗੋਂ ਅਸਲ ਰੂਪ ਦੇ ਵਿੱਚ ਬਲ ਦੁਆਰਾ, ਪਾਵਰ ਦੁਆਰਾ ਉਹਨਾਂ ਦੀ ਪਾਲਣਾ ਕਰਵਾਉਣ ਦੇ ਨਾਲ, ਸ਼ਕਤੀ ਦੁਆਰਾ ਉਹਨਾਂ ਦੀ ਪਾਲਣਾ ਕਰਵਾਉਣ ਦੇ ਨਾਲ। ਅੱਗੇ ਤੁਸੀਂ ਪਰਿਭਾਸ਼ਾਵਾਂ ਜ਼ਰੂਰ ਕਰਨੀਆਂ ਨੇ। ਹਾਂਜੀ, ਇਹਦੀ ਵਿਸ਼ੇਸ਼ਤਾਵਾਂ, ਇਹ ਈਜ਼ੀ ਚੈਪਟਰ ਹੈ, ਡੀ ਪਾਰਟ ਦੇ ਵਿੱਚੋਂ 4th ਯੂਨਿਟ ਦੇ ਵਿੱਚੋਂ ਸਭ ਤੋਂ ਈਜ਼ੀ ਪਾਰਟ ਹੈ ਇਹ। ਠੀਕ ਹੈ, ਰਾਜਨੀਤਿਕ ਪ੍ਰਣਾਲੀ ਵਾਲਾ ਆਪਾਂ ਕਹਿ ਸਕਦੇ ਕਿ ਡੀ ਪਾਰਟ ਦਾ ਇਹ ਸਭ ਤੋਂ ਈਜ਼ੀ ਪਾਰਟ ਹੈ, ਈਜ਼ੀ ਚੈਪਟਰ ਹੈ ਇਹ। ਠੀਕ ਹੈ, ਤਾਂ ਇਹਨੂੰ ਚੈਪਟਰ ਨੂੰ ਜ਼ਰੂਰ ਕਰਨਾ ਲੌਂਗ ਕੁਐਸਚਨ ਲਈ ਵੀ। ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਮਨੁੱਖੀ ਸੰਬੰਧਾਂ ਦਾ ਦ੍ਰਿੜ ਪੈਟਰਨ ਹੁੰਦਾ ਇਹ। ਠੀਕ ਹੈ, ਜਿਸ ਤਰ੍ਹਾਂ ਰਾਜ ਲਈ ਆਬਾਦੀ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਰਾਜਨੀਤਿਕ ਵਿਵਸਥਾ ਲਈ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਹੋਣਾ ਜ਼ਰੂਰੀ ਹੈ। ਤੇ ਉੱਚੀ ਸ਼ਕਤੀ ਦੀ ਵਰਤੋਂ ਕਰਦਾ ਇਹ। ਠੀਕ ਹੈ, ਤੇ ਰਾਜਨੀਤਿਕ ਪ੍ਰਣਾਲੀ ਦੀ ਸਰਵਵਿਆਪਕਤਾ ਤੋਂ ਕੀ ਭਾਵ ਹੈ ਕਿ ਰਾਜਨੀਤਿਕ ਪ੍ਰਣਾਲੀ ਦੀ ਹੋਂਦ ਹਰੇਕ ਰਾਜ ਦੇ ਵਿੱਚ ਹੁੰਦੀ ਹੈ, ਕਿਉਂਕਿ ਰਾਜਨੀਤਿਕ ਪ੍ਰਣਾਲੀ ਦੇ ਬਿਨਾਂ ਰਾਜ ਦੇ ਵਿੱਚ ਅਰਾਜਕਤਾ ਫੈਲ ਜਾਂਦੀ ਹੈ। ਤੇ ਰਾਜ ਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਤਰ। ਹਾਂਜੀ, ਅੰਤਰਾਂ ਦੇ ਵਿੱਚ ਪਹਿਲਾ ਕੀ ਹੈ ਕਿ ਰਾਜ ਦੇ 4 ਜ਼ਰੂਰੀ ਤੱਤ ਹੁੰਦੇ ਨੇ, ਜਿਹੜੇ ਕਿ ਰਾਜਨੀਤਿਕ ਸੰਸਥਾ ਦੇ ਅਨੇਕ ਤੱਤ ਹੁੰਦੇ ਨੇ। ਰਾਜਨੀਤਿਕ ਪ੍ਰਣਾਲੀ ਦੇ ਅਨੇਕ ਤੱਤ ਹੁੰਦੇ ਨੇ, ਰਾਜ ਦੇ 4 ਜ਼ਰੂਰੀ ਤੱਤ ਹੁੰਦੇ ਨੇ। ਰਾਜ ਸਥਾਈ ਹੈ, ਰਾਜਨੀਤਿਕ ਪ੍ਰਣਾਲੀ ਜਿਹੜੀ ਕਿ ਪਰਿਵਰਤਨਸ਼ੀਲ ਹੈ। ਤੇ ਰਾਜ ਦੀ ਮੁੱਖ ਵਿਸ਼ੇਸ਼ਤਾ ਪ੍ਰਭੂ ਸੱਤਾ, ਜਦ ਕਿ ਰਾਜਨੀਤਿਕ ਵਿਵਸਥਾ ਜਾਂ ਰਾਜਨੀਤਿਕ ਪ੍ਰਣਾਲੀ ਇਹਦਾ ਮੁੱਖ ਗੁਣ ਕਾਨੂੰਨੀ ਸ਼ਕਤੀ ਹੈ, ਸਰੀਰਕ ਸ਼ਕਤੀ ਹੈ। ਤੇ ਰਾਜਨੀਤਿਕ ਵਿਵਸਥਾ ਦਾ ਖੇਤਰ ਰਾਜ ਦੇ ਖੇਤਰ ਤੋਂ ਵਧੇਰੇ ਵਿਆਪਕ ਹੈ। ਅੱਗੇ ਇਹਨਾਂ ਦੇ ਕੰਮ ਆ ਜਿਹੜੇ ਕਿ ਰਾਜਨੀਤਿਕ ਪ੍ਰਣਾਲੀ ਦੇ ਕੰਮ ਕਾਰਜ ਆਲਮੰਡ ਦੇ ਅਨੁਸਾਰ, ਆਲਮੰਡ ਪਵੇਲ ਦੇ ਅਨੁਸਾਰ। ਠੀਕ ਹੈ, ਡੇਵਿਡ ਈਸਟਨ ਦੇ ਅਨੁਸਾਰ। ਇਹ ਲੌਂਗ ਕੁਐਸਚਨ ਲਈ ਵੀ ਇੰਪੋਰਟੈਂਟ ਹੈ। ਆਲਮੰਡ ਦੇ ਅਨੁਸਾਰ ਨਿਵੇਸ਼। ਠੀਕ ਹੈ, ਇਹਦੇ ਵਿੱਚ ਕਿਹੜੇ ਕਿਹੜੇ ਰਾਜਨੀਤਿਕ ਸਮਾਜੀਕਰਨ ਤੇ ਭਰਤੀ, ਹਿੱਤ ਸਪਸ਼ਟੀਕਰਨ, ਹਿੱਤ ਸਮੂਹੀਕਰਨ, ਰਾਜਨੀਤਿਕ ਸੰਚਾਰ। ਠੀਕ ਹੈ, ਨਿਕਾਸਾਂ ਦੇ ਵਿੱਚ ਫੀਡਬੈਕ ਲੂਪ। ਹਾਂਜੀ, ਕੱਚਾ ਮਾਲ ਦੁਬਾਰਾ ਦੇਣ ਦੀ ਲੂਪ ਪ੍ਰਕਿਰਿਆ ਕੀ ਹੈ? ਡੇਵਿਡ ਈਸਟਨ ਦੇ ਅਨੁਸਾਰ ਨਿਵੇਸ਼ ਤੇ ਨਿਰਗਰਤਾ ਵਿਚਕਾਰ ਗੂੜਾ ਸੰਬੰਧ ਹੈ। ਨਿਵੇਸ਼ ਤੇ ਨਿਕਾਸ। ਨਿਵੇਸ਼ ਕੀ ਹੁੰਦੇ ਨੇ? ਭਾਵ ਕਿ ਜਦੋਂ ਲੋਕ ਸਮੂਹ ਦੇ ਵਿੱਚ ਇਕੱਠੇ ਹੋ ਕੇ ਕੁਝ ਮੰਗ ਰੱਖਦੇ ਨੇ, ਮੰਗਾਂ ਨੂੰ ਆਪਾਂ ਕੀ ਕਹਿੰਦੇ ਹਾਂ? ਨਿਵੇਸ਼। ਤੇ ਜਦੋਂ ਸਰਕਾਰ ਜਾਂ ਰਾਜਨੀਤਿਕ ਪ੍ਰਣਾਲੀ ਉਹਨਾਂ ਮੰਗਾਂ ਨੂੰ ਪੂਰਾ ਕਰਦੀ ਹੈ, ਉਹਨਾਂ ਮੰਗਾਂ ਨੂੰ ਪੂਰਾ ਕਰਨ ਲਈ ਜਿਹੜੇ ਕਾਰਜ ਕਰਦੀ ਉਹਨੂੰ ਆਪਾਂ ਕੀ ਕਹਿੰਦੇ ਹਾਂ? ਨਿਕਾਸ। ਠੀਕ ਹੈ, ਤਾਂ ਇਹਨਾਂ ਦੋਹਾਂ ਵਿਚਕਾਰ ਨਿਰੰਤਰ ਸੰਪਰਕ ਰਹਿੰਦਾ। ਫੀਡਬੈਕ ਲੂਪ ਦਾ ਅਰਥ ਇਹ ਹੈ ਕਿ ਨਿਰਗਤਤਾ ਦੇ ਪ੍ਰਭਾਵ, ਨਿਰਗਤਤਾ ਭਾਵ ਕਿ ਨਿਕਾਸ, ਨਿਕਾਸਾਂ ਦੇ ਪ੍ਰਭਾਵ ਤੇ ਸਿੱਟਿਆਂ ਨੂੰ ਪੂਰਨ ਅਵਸਥਾ ਦੇ ਨਿਵੇਸ਼ ਦੇ ਰੂਪ 'ਚ ਲੈ ਜਾਣਾ। ਠੀਕ ਹੈ, ਭਾਵ ਕਿ ਪਹਿਲਾਂ ਕਿਸੇ ਨੇ ਆਪਣੀ ਜਿਹੜੀ ਡਿਮਾਂਡ ਰੱਖੀ ਤਾਂ ਸਰਕਾਰ ਨੇ ਉਸ ਨੂੰ ਪੂਰਾ ਕੀਤਾ, ਫਿਰ ਦੁਬਾਰਾ ਅੱਗੇ ਭਾਵ ਕਿ ਇਹ ਐਵੇਂ ਫੀਡਬੈਕ ਲੂਪ ਜਿਹੜੀ ਕਿ ਚੱਲਦੀ ਰਹਿੰਦੀ ਹੈ। ਤਾਂ ਇੱਥੋਂ ਸਮਝੋ ਤੁਸੀਂ ਫੀਡਬੈਕ ਲੂਪ ਜਿਹੜਾ ਕਿ ਡੇਵਿਡ ਈਸਟਨ ਦੀ ਦੇਣ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਹਰੇਕ ਪ੍ਰਣਾਲੀ ਦੇ ਵਿੱਚ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਦੀ ਪ੍ਰਕਿਰਿਆ ਜਿਹੜੀ ਕਿ ਨਿਰੰਤਰ ਚੱਲਦੀ ਰਹਿੰਦੀ ਹੈ, ਕੰਟੀਨਿਊ ਚੱਲਦੀ ਰਹਿੰਦੀ ਹੈ। ਤੇ ਨਿਵੇਸ਼ ਕੀ ਨੇ? ਲੋਕਾਂ ਦੀਆਂ ਜਾਂ ਸਮੂਹ ਦੀਆਂ ਮੰਗਾਂ। ਠੀਕ ਹੈ, ਉਹਨਾਂ ਮੰਗਾਂ ਸੰਬੰਧੀ ਜਦੋਂ ਰਾਜਨੀਤਿਕ ਪ੍ਰਣਾਲੀ ਦੁਆਰਾ ਕੁਝ ਨਿਰਣੇ ਲਏ ਜਾਂਦੇ ਨੇ ਉਹਨਾਂ ਨੂੰ ਨਿਕਾਸ ਕਿਹਾ ਜਾਂਦਾ। ਤੇ ਜਿਸ ਵਿਧੀ ਦੁਆਰਾ ਨਿਵੇਸ਼ਾਂ ਨੂੰ ਪੇਸ਼ ਕਰਨ ਵਾਲਿਆਂ ਤੇ ਉਹਨਾਂ ਨਿਵਾਸਾਂ ਨੂੰ ਨਿਕਾਸ ਵਿੱਚ ਬਦਲਣ ਵਾਲੇ ਰਾਜਨੀਤਿਕ ਢਾਂਚੇ ਵਿੱਚ ਨਿਰੰਤਰ ਸੰਪਰਕ ਕਾਇਮ ਕਰਦਾ, ਉਸ ਵਿਧੀ ਨੂੰ ਕੀ ਕਿਹਾ ਜਾਂਦਾ? ਫੀਡਬੈਕ ਲੂਪ।
ਹਰੇਕ ਰਾਜਨੀਤਿਕ ਪ੍ਰਣਾਲੀ ਵਿੱਚ ਇਸ ਸੰਸਥਾ ਦਾ ਹੋਣਾ ਜ਼ਰੂਰੀ ਹੈ, ਇਸ ਵਿਵਸਥਾ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਇਹੀ ਵਿਵਸਥਾ ਦੁਆਰਾ ਹੀ ਲੋਕਾਂ ਦੀਆਂ ਮੰਗਾਂ, ਠੀਕ ਹੈ, ਰਾਜਨੀਤਿਕ ਪ੍ਰਣਾਲੀ ਤੱਕ ਪਹੁੰਚਦੀਆਂ ਨੇ। ਤੇ ਇਹ ਵਿਵਸਥਾ ਹੀ ਲੋਕਾਂ ਦੀਆਂ ਮੰਗਾਂ ਸੰਬੰਧੀ ਰਾਜਨੀਤਿਕ ਪ੍ਰਣਾਲੀ ਦੁਆਰਾ ਲਏ ਗਏ ਨਿਰਣਿਆਂ ਨੂੰ ਲੋਕਾਂ ਦਾ ਭਾਵ ਕਿ ਜਦੋਂ ਲੋਕਾਂ ਦੇ ਜਿਹੜੇ ਮੰਗਾਂ ਨੇ ਜਾਂ ਸਮੂਹ ਦੇ ਜਿਹੜੇ ਮੰਗਾਂ ਨੇ ਇੱਕ ਵਿਵਸਥਾ ਕੋਲ ਜਾਂਦੀਆਂ ਨੇ, ਤੇ ਵਿਵਸਥਾ ਜਿਹੜੇ ਕਿ ਅੱਗੇ ਸਰਕਾਰ ਤੱਕ ਪਹੁੰਚਾਉਂਦੀ, ਤੇ ਸਰਕਾਰ ਫਿਰ ਜਿਹੜੇ ਕਿ ਆਪਣੇ ਨਿਰਣੇ ਨੇ ਉਹ ਵਿਵਸਥਾ ਤੱਕ, ਤੇ ਵਿਵਸਥਾ ਫਿਰ ਤੋਂ ਜਿਹੜੀ ਕਿ ਲੋਕਾਂ ਤੱਕ ਪਹੁੰਚਦੀ। ਉਹ ਇੱਕ ਜਿਹੜੀ ਇੱਕ ਪ੍ਰਕਿਰਿਆ ਉਹਨੂੰ ਆਪਾਂ ਕੀ ਕਹਿੰਦੇ ਹਾਂ, ਫੀਡਬੈਕ ਲੂਪ। ਜਿਵੇਂ ਕਿ ਆਪਾਂ ਜਿਹੜੇ ਵਿਵਸਥਾ ਕਹਿ ਰਹੇ ਹਾਂ ਕਿ ਨੇ ਰਾਜਨੀਤਿਕ ਦਲ ਨੇ ਜਨ ਸੰਚਾਰ ਦੇ ਸਾਧਨ ਨੇ, ਭਾਵ ਕਿ ਜਿਹੜੇ ਲੋਕਾਂ ਦੀਆਂ ਮੰਗਾਂ ਨੇ ਉਹ ਜਨ ਸੰਚਾਰ ਸਾਧਨਾਂ ਦੁਆਰਾ ਜਿਹੜੇ ਕਿ ਜਾਂ ਰਾਜਨੀਤਿਕ ਦਲਾਂ ਦੁਆਰਾ ਸਰਕਾਰ ਤੱਕ ਪਹੁੰਚਦੇ ਨੇ, ਤੇ ਸਰਕਾਰ ਦੇ ਜਿਹੜੇ ਨਿਰਣੇ ਨੇ ਉਹ ਵੀ ਫਿਰ ਰਾਜਨੀਤਿਕ ਦਲਾਂ ਦੁਆਰਾ ਜਾਂ ਸੰਚਾਰ ਦੇ ਸਾਧਨ, ਠੀਕ ਹੈ, ਜਿਵੇਂ ਰੇਡੀਓ, TV, ਟੈਲੀਵਿਜ਼ਨ, ਠੀਕ ਹੈ, ਇਹਨਾਂ ਦੇ ਦੁਆਰਾ ਨਿਊਜ਼ਪੇਪਰ ਫਿਰ ਲੋਕਾਂ ਤੱਕ ਪਹੁੰਚਦੇ ਨੇ। ਅੱਗੇ ਇਹਦੇ ਢਾਂਚੇ ਕਿਹੜੇ ਨੇ? ਡੇਵਿਡ ਈਸਟ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਢਾਂਚੇ ਰਾਜਨੀਤਿਕ ਸਮੁਦਾਇ, ਸ਼ਾਸਨ, ਅਧਿਕਾਰੀ ਵਰਗ, ਸੀਮਾਵਾਂ, ਇਹ ਤੁਸੀਂ ਰੀਡ ਕਰ ਲੈਣੇ ਨੇ, ਠੀਕ ਹੈ। ਹਿੱਤ ਸਮੂਹੀਕਰਨ ਕੀ ਹੈ? ਵੱਖ-ਵੱਖ ਜਿਹੜੇ ਸੰਘ ਨੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਲਈ ਵੱਖ-ਵੱਖ ਕਾਨੂੰਨ ਜਾਂ ਨੀਤੀਆਂ ਨਿਰਮਾਣ ਨਹੀਂ ਕੀਤਾ ਜਾ ਸਕਦਾ। ਤਾਂ ਵੱਖ-ਵੱਖ ਜਿਹੜੇ ਸੰਘ ਨੇ ਜਾਂ ਸਮੂਹਾਂ ਦੇ ਹਿੱਤਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਪੂਰਤੀ ਲਈ ਇੱਕ ਸਧਾਰਨ ਜਦੋਂ ਨੀਤੀ ਨਿਰਧਾਰਿਤ ਕੀਤੀ ਜਾਂਦੀ ਹੈ, ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ? ਹਿੱਤ ਸਮੂਹੀਕਰਨ। ਭਾਵ ਕਿ ਜਿਹੜੇ ਹਿੱਤਾਂ ਦੀ ਜਾਂ ਉਹਨਾਂ ਲਈ ਅਲੱਗ-ਅਲੱਗ ਕਾਨੂੰਨ ਨਹੀਂ ਹੁੰਦੇ, ਜਦੋਂ ਇੱਕ ਸਮੂਹ ਦੇ ਵਿੱਚ ਜਿਹੜੇ ਕਿ ਨੀਤੀ ਨਿਰਧਾਰਿਤ ਕਰ ਦਿੱਤੀ ਜਾਂਦੀ, ਉਹਨੂੰ ਆਪਾਂ ਹਿੱਤ ਸਮੂਹੀਕਰਨ ਕਹਿੰਦੇ ਹਾਂ। ਵੱਖ-ਵੱਖ ਹਿੱਤਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹਿੱਤ ਸਮੂਹੀਕਰਨ। ਅੱਗੇ ਨਿਵੇਸ਼ ਤੋਂ ਤੁਹਾਡਾ ਕੀ ਭਾਵ ਹੈ? ਨਿਵੇਸ਼ ਕੀ ਨੇ? ਮੰਗਾਂ, ਠੀਕ ਹੈ। ਨਿਵੇਸ਼ ਕੀ ਹੁੰਦੇ ਨੇ? ਮੰਗਾਂ। ਸਮਰਥਨ ਦੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਕਿ ਕੱਚਾ ਮਾਲ, ਠੀਕ ਹੈ, ਕੱਚਾ ਮਾਲ, ਮੰਗਾਂ। ਤੇ ਜਦੋਂ ਉਹ ਮਤਲਬ ਕਿ ਸਰਕਾਰ ਉਹਨਾਂ ਨੂੰ ਨਿਰਣੇ ਲੈਂਦੀ ਹੈ ਤਾਂ ਉਹ ਕੀ ਹੁੰਦੇ? ਨਿਕਾਸ। ਨਿਵੇਸ਼ਾਂ ਦੀਆਂ ਕਿਸਮਾਂ ਕਿਹੜੇ ਨਿਵੇਸ਼ ਮੰਗਾਂ ਤੇ ਨਿਵੇਸ਼ ਸਮਰਥਨ, ਠੀਕ ਹੈ, ਇਹਨਾਂ ਨੂੰ ਰੀਡ ਕਰ ਲੈਣਾ। ਅੱਗੇ ਇਹਨਾਂ ਦੇ ਪੜਾਅ ਦਿੱਤੇ ਹੋਏ ਨੇ। ਤੇ ਸਮਰਥਨ ਕੀ ਹੁੰਦੇ ਨੇ? ਨਿਕਾਸ਼ਾਂ ਦੀ ਵਿਆਖਿਆ ਕਰਨੀ ਆ, ਠੀਕ ਹੈ, ਇਹ ਸਾਰੇ ਰੀਡ ਕਰਨੇ ਨੇ ਇੱਕ ਵਾਰ ਜ਼ਰੂਰ ਤੁਸੀਂ। ਤੇ ਹਿੱਤ ਸਪਸ਼ਟੀਕਰਨ ਜਾਂ ਹਿੱਤ ਕੰਮਾਂ ਦੀ ਵਿਆਖਿਆ, ਇਹ ਕੀ ਆ? ਆਪਣੇ ਹਿੱਤਾਂ ਦੀ ਰੱਖਿਆ ਕਰਨੀ। ਹਰੇਕ ਰਾਜਨੀਤਿਕ ਪ੍ਰਣਾਲੀ ਦੇ ਮੈਂਬਰ ਆਪਣੀ ਰਾਜਨੀਤਿਕ ਪ੍ਰਣਾਲੀ ਨੂੰ ਕੁਝ ਮੰਗਾਂ ਪੇਸ਼ ਕਰਦੇ ਨੇ, ਠੀਕ ਹੈ, ਭਾਵ ਕਿ ਆਪਣੇ ਹਿੱਤਾਂ ਦੀ ਰੱਖਿਆ ਕਰਨ ਲਈ ਹਰੇਕ ਰਾਜਨੀਤਿਕ ਪ੍ਰਣਾਲੀ ਦੇ ਜਿਹੜੇ ਮੈਂਬਰ ਨੇ ਉਹ ਪ੍ਰਣਾਲੀ ਨੂੰ ਕੁਝ ਮੰਗਾਂ ਰੱਖਦੇ ਨੇ। ਤੇ ਜਿਸ ਤਰੀਕੇ ਨਾਲ ਇਹਨਾਂ ਮੰਗਾਂ ਨੂੰ ਸਹੀ ਰੂਪ ਪ੍ਰਦਾਨ ਕੀਤਾ ਜਾਂਦਾ, ਜਿਸ ਤਰ੍ਹਾਂ ਇਹ ਮੰਗਾਂ ਪ੍ਰਣਾਲੀ ਦੇ ਫੈਸਲੇ ਕਰਨ ਵਾਲਿਆਂ ਨੂੰ ਪੇਸ਼ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ? ਹਿੱਤ ਸਪਸ਼ਟੀਕਰਨ, ਠੀਕ ਹੈ, ਹਿੱਤ ਸਪਸ਼ਟੀਕਰਨ। ਭਾਵ ਕਿ ਜਿਹੜੇ ਕੁਛ ਮੰਗਾਂ ਹੁੰਦੀਆਂ ਨੇ ਉਹ ਜਦੋਂ ਜਿਹੜੇ ਕਿ ਪ੍ਰਣਾਲੀ ਨੂੰ ਪੇਸ਼ ਕੀਤੀਆਂ ਜਾਂਦੀਆਂ ਤਾਂ ਜਿਸ ਰੂਪ ਦੇ ਵਿੱਚ ਕੀਤੀਆਂ ਜਾਂਦੀਆਂ, ਜਿਸ ਪ੍ਰਕਿਰਿਆ ਦੁਆਰਾ ਕੀਤੀਆਂ ਜਾਂਦੀਆਂ ਨੇ, ਠੀਕ ਹੈ, ਪੇਸ਼ ਕੀਤੀਆਂ ਜਾਂਦੀਆਂ, ਉਹਨੂੰ ਆਪਾਂ ਕੀ ਕਹਿੰਦੇ? ਹਿੱਤ ਸਪਸ਼ਟੀਕਰਨ। ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੰਮ, ਠੀਕ ਹੈ, ਨਿਯਮ ਬਣਾਉਣਾ, ਨਿਯਮ ਲਾਗੂ ਕਰਨਾ, ਨਿਯਮ ਨਿਰਮਾਣ ਕਰਨਾ। ਰਾਬਰਟ ਟਾਹਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾਵਾਂ ਜ਼ਰੂਰ ਕਰਨੀਆਂ ਤੁਸੀਂ, ਠੀਕ ਹੈ। ਤੇ ਅੱਗੇ ਹੈਗਾ ਨਾ ਉਚਿਤਾਪੂਰਨ ਦਬਾਅ ਸ਼ਕਤੀ ਕੀ ਹੈ? ਹਾਂਜੀ, ਜਿਸ ਤਰ੍ਹਾਂ ਪ੍ਰਭੂ ਸੱਤਾ ਰਾਜ ਦਾ ਜ਼ਰੂਰੀ ਤੱਤ ਹੈ ਤੇ ਪ੍ਰਭੂ ਸੱਤਾ ਦੇ ਬਿਨਾਂ ਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਇਸੇ ਤਰ੍ਹਾਂ ਉਚਿਤਾ ਦਬਾਅ ਸ਼ਕਤੀ ਦੇ ਬਿਨਾਂ ਰਾਜਨੀਤਿਕ ਵਿਵਸਥਾ ਦੀ ਹੋਂਦ ਸੰਭਵ ਨਹੀਂ ਹੈਗੀ, ਠੀਕ ਹੈ। ਉਚਿਤਾ ਭਾਵ ਕੀ? ਵੈਧਤਾ। ਹਰੇਕ ਸਮਾਜ ਦੇ ਵਿੱਚ ਸ਼ਾਂਤੀ ਤੇ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਤੇ ਅਪਰਾਧੀਆਂ ਨੂੰ ਦੰਡ ਦੇਣ ਦੇ ਲਈ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ, ਪਰ ਸ਼ਕਤੀ ਦਾ ਪ੍ਰਯੋਗ ਉਚਿਤ ਹੋਣਾ ਚਾਹੀਦਾ, ਠੀਕ ਹੈ। ਉਚਿਤਾਪੂਰਨ ਸ਼ਕਤੀ ਦੇ ਦੁਆਰਾ ਹੀ ਰਾਜਨੀਤਿਕ ਵਿਵਸਥਾ ਦੇ ਸਾਰੇ ਕੰਮ ਚੱਲਦੇ ਨੇ। ਰਾਜਨੀਤਿਕ ਪ੍ਰਣਾਲੀ ਦੇ ਵਾਤਾਵਰਣ ਤੋਂ ਤੁਸੀਂ ਕੀ ਸਮਝਦੇ ਹੋ? ਤਾਂ ਰਾਜਨੀਤਿਕ ਵਿਵਸਥਾ ਪ੍ਰਤੀਕਿਰਿਆ ਦਾ ਇੱਕ ਸਮੂਹ ਹੈ ਤੇ ਜਿਸ ਵਿੱਚ ਨਿਵੇਸ਼ ਨਿਰਗਤ ਦੇ ਵਿੱਚ ਬਦਲ ਜਾਂਦਾ, ਭਾਵ ਕਿ ਨਿਵੇਸ਼ ਨਿਕਾਸ ਦੇ ਵਿੱਚ ਬਦਲ ਜਾਂਦੇ ਨੇ। ਤੇ ਜਿਵੇਂ ਹਰੇਕ ਪਰਿਵਰਤਨ ਆਪਣੇ ਵਿਸ਼ੇਸ਼ ਵਾਤਾਵਰਣ 'ਤੇ ਨਿਰਭਰ ਕਰਦਾ, ਜਿਵੇਂ ਪਾਣੀ ਦਾ ਬਰਫ਼ ਦੇ ਵਿੱਚ ਬਦਲ ਜਾਣਾ, ਉਹਨੇ ਹੀ ਨਿਵੇਸ਼ਾਂ ਦਾ ਜਿਹੜੇ ਨਿਕਾਸਾਂ ਦੇ ਵਿੱਚ ਬਦਲਣਾ ਹੁੰਦਾ। ਦੋ ਤਰ੍ਹਾਂ ਦਾ ਪਰਿਵਰਤਨ ਹੁੰਦਾ, ਸਮਾਜ ਬਾਹਰਲਾ ਤੇ ਸਮਾਜ ਅੰਦਰਲਾ। ਹਾਂਜੀ, ਇਹ ਸੀ ਤੁਹਾਡੇ ਇੰਪੋਰਟੈਂਟ ਕੁਐਸਚਨਸ। ਥੈਂਕਸ।